परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ। ਪਹਿਲੀ ਗਵਾਹੀ ਬ੍ਰਦਰ ਰਜਿੰਦਰ ਸਿੰਘ ਦੀ ਹੈ, ਜੋ ਦੱਸਦੇ ਨੇ ਕਿ ਉਹਨਾਂ ਦਾ ਸਿਰ ਬਹੁਤ ਜ਼ਿਆਦਾ ਦਰਦ ਕਰ ਰਿਹਾ ਸੀ। ਬ੍ਰਦਰ ਨੇ ਬਹੁਤ ਸਾਰੀ ਮੈਡੀਸਨ ਲਈ ਪਰ ਕੋਈ ਫਰਕ ਨਹੀਂ ਪਿਆ। ਬ੍ਰਦਰ ਦੱਸਦੇ ਨੇ ਕਿ ਉਹਨਾਂ ਦਾ ਸਿਰ ਇੰਨਾ ਜ਼ਿਆਦਾ ਦਰਦ ਕਰ ਰਿਹਾ ਸੀ ਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੇ ਸਿਰ ਦੀ ਨਸ ਹੀ ਫਟ ਜਾਵੇਗੀ। ਬ੍ਰਦਰ ਨੇ ਵਿਸ਼ਵਾਸ ਦੇ ਨਾਲ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਬ੍ਰਦਰ ਦੱਸਦੇ ਨੇ ਕਿ ਪ੍ਰੇਅਰ ਤੋਂ ਸਿਰਫ 10 ਮਿੰਟ ਦੇ ਅੰਦਰ ਹੀ ਉਹਨਾਂ ਦਾ ਸਿਰ ਦਰਦ ਬਿਲਕੁਲ ਠੀਕ ਹੋ ਗਿਆ। ਇਸ ਗਵਾਹੀ ਦੇ ਲਈ ਬ੍ਰਦਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਦੂਸਰੀ ਗਵਾਹੀ ਸਿਸਟਰ ਸਰਬਜੀਤ ਕੌਰ ਦੀ ਆ, ਜੋ ਕਿ 35 ਸਾਲ ਦੇ ਨੇ। ਸਿਸਟਰ ਦੱਸਦੇ ਨੇ ਕਿ ਉਹਨਾਂ ਨੇ ਲੋਨ ਅਪਲਾਈ ਕੀਤਾ ਹੋਇਆ ਸੀ ਪਰ ਕਾਫੀ ਸਮੇਂ ਤੋਂ ਉਹਨਾਂ ਦਾ ਲੋਨ ਜਿਹੜਾ ਉਹ ਪਾਸ ਨਹੀਂ ਸੀ ਹੋ ਰਿਹਾ, ਵਾਰ-ਵਾਰ ਰੁਕਾਵਟਾਂ ਆ ਰਹੀਆਂ ਸਨ। ਵਰਤ ਰੱਖ ਕੇ ਸਿਸਟਰ ਨੇ ਪ੍ਰਾਰਥਨਾ ਕੀਤੀ ਔਰ ਫਾਸਟਿੰਗ ਦੇ ਵਿੱਚ ਉਹਨਾਂ ਦਾ ਲੋਨ ਪਾਸ ਹੋ ਗਿਆ। ਸਿਸਟਰ ਦੱਸਦੇ ਨੇ ਕਿ ਉਹਨਾਂ ਦੇ ਹਸਬੈਂਡ ਦੇ ਸੈੱਲ ਬਹੁਤ ਘਟ ਗਏ ਸਨ ਔਰ ਉਹ ਕਾਫੀ ਵੀਕ ਮਹਿਸੂਸ ਕਰ ਰਹੇ ਸਨ। ਸਿਸਟਰ ਨੇ ਵਰਤ ਦੇ ਸਮੇਂ ਦੇ ਵਿੱਚ ਖਾਸ ਤੌਰ 'ਤੇ ਆਪਣੇ ਹਸਬੈਂਡ ਦੇ ਲਈ ਦੁਆ ਕੀਤੀ। ਪਰਮੇਸ਼ਰ ਨੇ ਉਹਨਾਂ ਨੂੰ ਸਾਰੀ ਬਿਮਾਰੀ ਤੋਂ ਆਜ਼ਾਦ ਕੀਤਾ। ਔਰ ਇਹਨਾਂ ਸਾਰੇ ਗਵਾਹੀਆਂ ਦੇ ਲਈ ਅਸੀਂ ਪਰਮੇਸ਼ਰ ਦਾ ਮਿਲ ਕੇ ਦਿਲ ਤੋਂ ਧੰਨਵਾਦ ਕਰਦੇ ਹਾਂ। ਅੱਜ ਦੇ ਵਚਨ ਦਾ ਅਸੀਂ ਸਭ ਨੇ ਟਾਈਟਲ ਪੜ੍ਹਿਆ ਕਿ ਕੀ ਸ਼ੈਤਾਨ ਕਿਸੇ ਦੀ ਜਾਨ ਲੈ ਸਕਦਾ ਆ, ਕੀ ਦੁਸ਼ਟ ਆਤਮਾਵਾਂ ਕਿਸੇ ਨੂੰ ਮਾਰ ਸਕਦੀਆਂ ਨੇ। ਤਾਂ ਇਹ ਸਵਾਲ ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਹੁੰਦਾ ਆ ਕਿ ਕੀ ਸ਼ੈਤਾਨ ਇੰਨਾ ਪਾਵਰਫੁਲ ਹੈ ਕਿ ਉਹ ਸਾਨੂੰ ਮਾਰ ਵੀ ਸਕਦਾ। ਔਰ ਇੱਕ ਸਵਾਲ ਹੋਰ ਹੁੰਦਾ ਸਾਡੀ ਜ਼ਿੰਦਗੀ 'ਚ ਕਿ ਕੀ ਜਿਹੜੇ ਲੋਕ ਮਰ ਜਾਂਦੇ ਨੇ, ਜਾਂ ਅਸੀਂ ਅੱਜ ਕੱਲ੍ਹ ਆਮ ਹੀ ਗੱਲਾਂ ਸੁਣਦੇ ਹਾਂ ਕਿ ਬਹੁਤੇ ਅਣਆਈ ਮੌਤ ਮਰ ਗਏ ਨੇ, ਕਿ ਉਹਨਾਂ ਦੀ ਆਈ ਨਹੀਂ ਸੀ ਪਰ ਉਹ ਉਮਰ ਤੋਂ ਪਹਿਲਾਂ ਮਰ ਗਏ ਤਾਂ ਕਿ ਉਹਨਾਂ ਦੀਆਂ ਆਤਮਾ ਭਟਕਦੀਆਂ ਰਹਿੰਦੀਆਂ ਨੇ। ਤਾਂ ਅੱਜ ਇਹਨਾਂ ਦੋਨਾਂ ਸਵਾਲਾਂ ਦੇ ਜਵਾਬ ਨੂੰ ਜਾਣਾਂਗੇ ਕਿ ਕੀ ਸ਼ੈਤਾਨ ਕਿਸੇ ਦੀ ਜਾਨ ਲੈ ਸਕਦਾ ਆ, ਔਰ ਦੂਸਰਾ ਅਣਆਈ ਮੌਤ ਬਾਈਬਲ ਦੇ ਅਨੁਸਾਰ ਹੈ ਜਾਂ ਫਿਰ ਨਹੀਂ ਹੈ। ਤਾਂ ਉਹ ਜਾਣਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਵਚਨ ਜੋ ਪੜਾਂਗੇ ਮਤੀ 16 ਉਹਦੀ 18 ਔਰ 19 ਨੰਬਰ ਆਇਤ ਨੂੰ। ਅਤੇ ਮੈਂ ਵੀ ਤੁਹਾਨੂੰ ਆਖਦਾ ਹਾਂ, ਜੋ ਤੂੰ ਪਤਰਸ ਹੈ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵਸ ਨਾ ਚੱਲੇਗਾ। ਮੈਂ ਸਵਰਗ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਛ ਤੂੰ ਧਰਤੀ ਉੱਤੇ ਬੰਨੇਗਾ ਸਵਰਗ ਵਿੱਚ ਬੰਨਿਆ ਜਾਵੇਗਾ ਅਤੇ ਜੋ ਕੁਛ ਤੂੰ ਧਰਤੀ ਉੱਤੇ ਖੋਲੇਗਾ ਸਵਰਗ 'ਚ ਖੋਲਿਆ ਜਾਵੇਗਾ। ਹਾਲੇਲੂਇਆ। ਤਾਂ ਇਸ ਵਚਨ ਦੇ ਵਿੱਚੋਂ ਅਸੀਂ ਬਹੁਤ ਗਹਿਰਾਈ ਦੇ ਭੇਤਾਂ ਨੂੰ ਜਾਣਾਂਗੇ। ਇਸ ਵਚਨ ਨੂੰ ਅਸੀਂ ਸੁਣਿਆ ਬਹੁਤ ਵਾਰ ਆ, ਪਰ ਇਹ ਜੇ ਅੰਦਰ ਦਾ ਜੋ ਇੱਕ ਗਹਿਰਾ ਭੇਤ ਨਿਕਲ ਕੇ ਆਇਆ ਪਰਮੇਸ਼ਰ ਦੇ ਦੁਆਰਾ ਵਚਨ ਸਾਨੂੰ ਦੱਸਦਾ ਕਿ ਪਤਰਸ ਨੂੰ ਕੀ ਕਹਿੰਦਾ ਕਿ ਮੈਂ ਤੇਰੇ ਤੇ ਕਲੀਸਿਆ ਬਣਾਵਾਂਗਾ। ਪਤਰਸ ਪਰਮੇਸ਼ਰ ਦਾ ਚੇਲਾ ਸੀ ਔਰ ਉਹਨੂੰ ਕਿਹਾ ਕਿ ਮੈਂ ਕਲੀਸਿਆ ਬਣਾਵਾਂਗਾ। ਚਲੋ ਇੱਕ ਨੋਰਮਲ ਗੱਲ ਸੀ, ਪਰ ਉਹਨੇ ਲਾਸਟ ਵਚਨ ਦੇ ਵਰਡ ਲਾਈਨ ਦੇ ਵਿੱਚ ਕਿਹਾ ਕਿ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵਸ ਨਹੀਂ ਚੱਲੇਗਾ। ਪਤਾਲ ਦੇ ਫਾਟਕ ਕੀ ਆ? ਜੇ ਅਸੀਂ ਕਹੀਏ ਕਿ ਸਵਰਗ ਦਾ ਦਰਵਾਜ਼ਾ ਜਿਹੜਾ ਖੁੱਲਿਆ ਤੇ ਬੰਦ ਹੋ ਗਿਆ, ਇਹਦਾ ਮਤਲਬ ਉੱਥੇ ਦਰਵਾਜ਼ੇ ਦੀ ਗੱਲ ਹੋ ਰਹੀ ਹੈ। ਅਗਰ ਅਸੀਂ ਕਹੀਏ ਕਿ ਸਵਰਗ ਦੇ ਦਰਵਾਜ਼ੇ ਦਾ ਇਹਦੇ ਤੇ ਕੋਈ ਵਸ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਉਹ ਦਰਵਾਜ਼ਾ ਕੁਛ ਕਰਨ ਦੀ ਤਾਕਤ ਰੱਖਦਾ ਆ। ਅਗਰ ਕਿਸੇ ਘਰ ਦਾ ਦਰਵਾਜ਼ਾ, ਉਹ ਦਰਵਾਜ਼ਾ ਕਿਸੇ ਨੂੰ ਮਾਰ ਘਾਤ ਨਹੀਂ ਕਰ ਸਕਦਾ, ਉਹ ਸਿਰਫ ਸੇਫਟੀ ਕਰ ਸਕਦਾ, ਉਹਨੂੰ ਖੋਲ ਸਕਦੇ, ਬੰਦ ਕਰ ਸਕਦੇ। ਕਿਸੇ ਇਨਸਾਨ ਦੇ ਹੱਥ 'ਚ ਉਹਦੀ ਪਾਵਰ ਹੁੰਦੀ ਹੈ, ਉਹਨੂੰ ਖੋਲ ਸਕਦਾ, ਉਹਨੂੰ ਬੰਦ ਕਰ ਸਕਦਾ। ਉਸੇ ਤਰ੍ਹਾਂ ਸਵਰਗ ਦਾ ਦਰਵਾਜ਼ਾ ਖੁੱਲ੍ਹਦਾ ਬੰਦ ਹੁੰਦਾ ਪਰਮੇਸ਼ਰ ਦੇ ਹੱਥ ਆ। ਉਸੇ ਹੀ ਤਰ੍ਹਾਂ ਪਤਾਲ ਦੇ ਵੀ ਫਾਟਕ ਆ। ਔਰ ਪਤਾਲ ਕਿਹੜੀ ਜਗ੍ਹਾ ਆ? ਅਸੀਂ ਜਾਣਦੇ ਕਿ ਜਦੋਂ ਯਿਸੂ ਮਸੀਹ ਨੂੰ ਕਬਰ ਦੇ ਵਿੱਚ ਰੱਖਿਆ ਗਿਆ ਸੀ ਤਾਂ ਉਹ ਕਿੱਥੇ ਗਏ ਸੀ?
ਪਤਾਲ ਦੇ ਵਿੱਚ ਗਏ ਸੀ ਮੁਰਦਿਆਂ ਨੂੰ ਸੁਸਮਾਚਾਰ ਸੁਣਾਉਣ। ਕਿਹੜੇ ਮੁਰਦੇ ਸੀ ਉਹ? ਜਿਹੜੇ ਨੂਹ ਨਬੀ ਦੇ ਸਮੇਂ ਮਰ ਗਏ ਸੀ। ਸ੍ਰਿਸ਼ਟੀ ਦੇ ਉੱਤੇ ਪਾਪ ਬਹੁਤ ਜ਼ਿਆਦਾ ਵੱਧ ਚੁੱਕਾ ਸੀ ਔਰ ਉਸ ਵੇਲੇ ਜਿਹੜੇ ਲੋਕ ਨੂਹ ਨਬੀ ਦੇ ਸਮੇਂ ਮਰ ਗਏ ਸੀਗੇ ਉਸ ਸਮੇਂ ਦੇ ਪਾਣੀ ਦੇ ਕਰਕੇ ਔਰ ਉਹ ਸਾਰੇ ਮਰ ਗਏ ਸੀ, ਉਹਨਾਂ ਨੂੰ ਸੁਸਮਾਚਾਰ ਸੁਣਾਉਣ ਦੇ ਲਈ ਯੀਸ਼ੂ ਮਸੀਹ ਕਿੱਥੇ ਗਏ ਸੀ? ਪਤਾਲ ਦੇ ਵਿੱਚ। ਅਗਰ ਦੇਖਿਆ ਜਾਵੇ ਬਹੁਤ ਸਾਰੇ ਕਹਿਣਗੇ ਕਿ ਉਹਨਾਂ ਦੀ ਮੌਤ ਆਈ ਨਹੀਂ ਸੀ, ਪਰ ਉਹਨਾਂ ਦੇ ਪਾਪ ਦੇ ਕਰਕੇ ਉਹ ਮਰੇ। ਇਹਦਾ ਮਤਲਬ ਉਹਨਾਂ ਦਾ ਪਾਪ ਵੱਧ ਗਿਆ ਤਾਂ ਉਹਦੀ ਮੌਤ ਤਾਂ ਆ ਹੀ ਗਈ ਨਾ। ਜਿਹਦਾ ਪਾਪ ਵੱਧ ਗਿਆ ਉਹ ਪਾਪ ਦੇ ਕਰਕੇ ਮਰ ਗਿਆ, ਤਾਂ ਫਿਰ ਉਹ ਅਣਹੋਈ ਮੌਤ ਤਾਂ ਨਹੀਂ ਹੋਈ, ਉਹਨਾਂ ਦੀ ਖੁਦ ਦੀ ਬੁਲਾਈ ਹੋਈ, ਬਲਕਿ ਫਿਕਸ ਕੀਤੀ ਹੋਈ ਮੌਤ ਹੋ ਗਈ ਕਿ ਹਾਂ ਹੁਣ ਇਹਨੂੰ ਮਰਨਾ ਚਾਹੀਦਾ ਕਿਉਂਕਿ ਇਹਦੇ ਪਾਪ ਵੱਧ ਗਏ। ਤਾਂ ਬਾਈਬਲ ਦੇ ਅਨੁਸਾਰ ਫਸਟ ਕਨਸੈਪਟ ਇਹ ਕਲੀਅਰ ਹੁੰਦਾ ਕਿ ਅਣਹੋਈ ਮੌਤ ਨਹੀਂ ਹੁੰਦੀ, ਮੌਤ ਹੋਣਾ ਪਰਮੇਸ਼ਰ ਦੇ ਹੱਥ ਆ। ਕੋਈ ਇਨਸਾਨ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਕਿ ਉਹ ਅਣਾਈ ਮੌਤ ਮਰ ਗਿਆ। ਜਿਉਣ ਅਤੇ ਮੌਤ ਪਰਮੇਸ਼ਰ ਦੇ ਹੱਥ ਆ ਔਰ ਕੋਈ ਅਣਆਈ ਮੌਤ ਨਹੀਂ ਮਰਦਾ। ਹਰ ਕੋਈ ਆਪਣੇ ਕਰਨੀਆਂ ਦੇ ਅਨੁਸਾਰ, ਆਪਣੇ ਕੰਮਾਂ ਦੇ ਅਨੁਸਾਰ, ਆਪਣੇ ਸਮੇਂ ਦੇ ਅਨੁਸਾਰ ਮਰਦਾ ਆ। ਔਰ ਉਹ ਜਿਹੜੇ ਲੋਕ ਮਰੇ ਸੀ ਉਹ ਆਪਣੇ ਪਾਪ ਦੇ ਕਰਕੇ ਮਰੇ ਸੀ ਔਰ ਉਹ ਸਾਰੇ ਦੇ ਸਾਰੇ ਇੱਦਾਂ ਤਾਂ ਫਿਰ ਬਹੁਤ ਸਾਰੇ ਜਿਹੜੇ ਬੱਚੇ ਪੈਦਾ ਹੀ ਹੋਏ ਸੀ ਉਹ ਵੀ ਕਹਿ ਸਕਦੇ ਉਹ ਅਣਹੋਈ ਮਰ ਗਏ। ਉਹ ਅਣਹੋਈ ਨਹੀਂ ਮਰੇ ਸੀ, ਉਹ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਮਰੇ ਸੀ। ਅਸੀਂ ਜਾਣਦੇ ਕਿ ਸਾਰਾ ਕੁਝ ਪਰਮੇਸ਼ਰ ਨੇ ਫਿਕਸ ਕੀਤਾ ਸੀ ਕਿ ਮੈਂ ਇੰਨੀ ਤਰੀਕ ਨੂੰ ਮੀਂਹ ਪਾਵਾਂਗਾ ਤੇ ਇੰਨੇ ਦਿਨ ਪਾਵਾਂਗਾ ਤੇ ਇੰਨਾ ਚਿਰ ਲੱਗੇਗਾ। ਉਹ ਅਣਹੋਈ ਨਹੀਂ ਮਰੇ, ਉਹ ਪਰਮੇਸ਼ਰ ਦੀ ਇੱਛਾ ਦੇ ਨਾਲ ਮਰੇ। ਔਰ ਦੂਸਰੀ ਗੱਲ ਕਿ ਉਹ ਭਟਕ ਨਹੀਂ ਰਹੇਗੇ। ਸਾਨੂੰ ਇਹ ਲੱਗਦਾ ਕਿ ਜਿਹੜੇ ਮਰ ਜਾਂਦੇ ਆ ਉਹ ਧਰਤੀ ਤੇ ਭਟਕਦੇ ਰਹਿੰਦੇ ਆ, ਜਾਂ ਫਿਰ ਅਣਹੋਏ ਮਰ ਜਾਂਦੇ ਤਾਂ ਉਹ ਧਰਤੀ ਤੇ ਭਟਕਦੇ ਰਹਿੰਦੇ ਆ। ਪਹਿਲਾ ਕਨਸੈਪਟ ਕਲੀਅਰ ਆ ਕਿ ਅਣਹੋਈ ਮੌਤ ਨਹੀਂ ਹੁੰਦੀ, ਮੌਤ ਪਰਮੇਸ਼ਰ ਦੇ ਹੱਥ ਵਿੱਚ ਆ, ਪਰਮੇਸ਼ਰ ਦੀ ਦਿੱਤੀ ਹੀ ਮੌਤ ਆ। ਔਰ ਦੂਸਰੀ ਗੱਲ ਆ ਕਿ ਉਹ ਸਾਰੇ ਦੇ ਸਾਰੇ ਜਿਹੜੇ ਮਰ ਜਾਂਦੇ ਆ ਉਹ ਧਰਤੀ ਤੇ ਨਹੀਂ ਭਟਕਦੇ। ਪਤਾਲ ਦੇ ਫਾਟਕ ਜਿਹੜੇ ਲੱਗ ਜਾਂਦੇ ਆ ਨਾ, ਉਹਨੂੰ ਖੋਲਣ ਦੀ ਕੁੰਜੀ ਪਰਮੇਸ਼ਰ ਨੇ ਕਿਸੇ ਨੂੰ ਨਹੀਂ ਦਿੱਤੀ। 19 ਨੰਬਰ ਆਈ 'ਚ ਲਿਖਿਆ ਕਿ ਮੈਂ ਸਵਰਗ ਦੀਆਂ ਕੁੰਜੀਆਂ ਤੈਨੂੰ ਦੇ ਰਿਹਾ ਆ। ਧਰਤੀ ਤੇ ਤਾਂ ਅਸੀਂ ਰਹਿ ਰਹੇ ਹਾਂ, ਧਰਤੀ ਸਾਡੇ ਲਈ ਖੁੱਲੀ ਆ। ਸਵਰਗ ਦੀਆਂ ਕੁੰਜੀਆਂ ਉਹਨੇ ਸਾਨੂੰ ਦੇ ਦਿੱਤੀਆਂ ਜਿਹਨੂੰ ਅਸੀਂ ਖੋਲ ਸਕਦੇ ਹਾਂ। ਪਰ ਕਿਤੇ ਇਹ ਗੱਲ ਲਿਖੀ ਕਿ ਮੈਂ ਪਤਾਲ ਦੀਆਂ ਕੁੰਜੀਆਂ ਕਿਸੇ ਨੂੰ ਦਿੱਤੀਆਂ ਹੋਈਆਂ। ਜੇ ਸਾਨੂੰ ਨਹੀਂ ਦਿੱਤੀਆਂ ਤਾਂ ਉਹਨੇ ਕਿਸੇ ਹੋਰ ਨੂੰ ਦਿੱਤੀਆਂ ਹੋਣ। ਕਿਸੇ ਵੀ ਜਗ੍ਹਾ ਤੇ ਇਹ ਚੀਜ਼ ਲਿਖੀ ਆ ਕਿ ਮੈਂ ਪਤਾਲ ਦੀਆਂ ਕੁੰਜੀਆਂ ਦਿੰਨਾ, ਉੱਥੋਂ ਜਿਹੜੇ ਮਰੇ ਹੋਏ ਨੇ ਉਹ ਨਿਕਲ ਸਕਦੇ ਨੇ। ਜੇ ਪਰਮੇਸ਼ਰ ਦਾ ਰਾਜ ਇੰਨਾ ਹੀ ਕੱਚਾ ਹੋਵੇ ਨਾ ਤਾਂ ਧਰਤੀ ਹੁਣ ਨੂੰ ਕਦੋਂ ਦੀ ਖਤਮ ਹੋ ਚੁੱਕੀ ਹੁੰਦੀ। ਅਣਹੋਈ ਮੌਤ ਨਹੀਂ ਹੋ ਸਕਦੀ, ਅਣਆਈ ਮੌਤ ਨਹੀਂ ਹੋ ਸਕਦੀ, ਕਿਉਂਕਿ ਮੌਤ ਜੀਵਨ ਦੇਣਾ ਪਰਮੇਸ਼ਰ ਦਾ ਵੱਸ ਆ। ਜਿਹੜੇ ਅਸੀਂ ਕਹਿੰਦੇ ਨੇ ਅਣਆਈ ਮਰ ਗਏ, ਐਕਸੀਡੈਂਟ ਨਾਲ ਮਰ ਗਏ, ਉਹ ਧਰਤੀ ਤੇ ਭਟਕਦੇ ਰਹਿੰਦੇ ਆ, ਇਹ ਸਾਡਾ ਵਹਿਮ ਆ। ਕਿਉਂਕਿ ਇੱਕ ਸਕੂਲ ਦਾ ਰੂਲ, ਇੱਕ ਕਨਵੈਂਟ ਸਕੂਲ ਦੇਖੀ ਅਸੀਂ, ਇਨਸਾਨ ਦੇ ਦੁਆਰਾ ਬਣਾਇਆ ਗਿਆ। ਉਸ ਕਨਵੈਂਟ ਸਕੂਲ ਦੇ ਬਾਹਰ ਕਿੰਨੇ ਸਿਕਿਉਰਿਟੀ ਗਾਰਡ ਖੜੇ ਹੁੰਦੇ ਆ ਔਰ ਉੱਥੇ ਕਿੰਨੀ ਟਾਈਟ ਸਿਕਿਉਰਿਟੀ ਹੁੰਦੀ, ਇੱਕ ਬੱਚਾ ਬਾਹਰ ਨਹੀਂ ਨਿਕਲ ਸਕਦਾ। ਤੇ ਜੇ ਅਸੀਂ ਇਨਸਾਨ ਹੋ ਕੇ ਕੁਝ ਕੁ ਘੰਟਿਆਂ ਦੇ ਉਸ ਸਕੂਲ ਦੇ ਲਈ ਇੰਨੀ ਟਾਈਟ ਸਿਕਿਉਰਿਟੀ ਰੱਖ ਸਕਦੇ ਹਾਂ ਕਿ ਕਿਸੇ ਦਾ ਬੱਚਾ ਇੱਧਰ ਉੱਧਰ ਨਾ ਚਲਾ ਜਾਵੇ, ਤਾਂ ਕੀ ਉਹ ਪਰਮੇਸ਼ਰ ਜਿਹਨੇ ਪੂਰੀ ਸ੍ਰਿਸ਼ਟੀ ਦੀ ਨੀਂਹ ਰੱਖੀ ਆ, ਉਹਦੇ ਦਰਵਾਜ਼ੇ, ਉਹਦੇ ਰੂਲ ਇੰਨੇ ਹੀ ਕੱਚੇ ਹੋਣਗੇ ਕਿ ਉਹਨੇ ਮਾਰ ਤਾਂ ਦਿੱਤਾ ਬੰਦਾ ਪਰ ਉਹਨੂੰ ਮਰਨ ਤੋਂ ਬਾਅਦ ਧਰਤੀ ਤੇ ਹੀ ਭਟਕਣ ਦੇ ਲਈ ਛੱਡ ਦਿੱਤਾ। ਅਗਰ ਇਹ ਹੋ ਗਿਆ ਕਿ ਪਰਮੇਸ਼ਰ ਨੇ ਧਰਤੀ ਤੇ ਬੰਦਾ ਭੇਜ ਤਾਂ ਦਿੱਤਾ, ਜਿਹਦਾ ਜੀ ਕੀਤਾ ਉਹਦਾ ਸਾਹ ਕੱਢ ਕੇ ਲੈ ਗਿਆ, ਜਿਹਦਾ ਜੀ ਕੀਤਾ ਉਹਨੂੰ ਮਾਰ ਕੇ ਚੱਲ ਗਿਆ। ਜੇ ਅਜਿਹਾ ਹੁੰਦਾ ਨਾ ਕਿ ਅਣਹੋਈ ਮੌਤ ਹੁੰਦੀ ਤਾਂ ਵਚਨ ਕਹਿੰਦਾ ਜਿਹੜਾ ਸ਼ੈਤਾਨ ਆ ਨਾ ਉਹ ਤਾਂ ਬੁੱਕ ਦੇ ਵੈਰੀ ਦੀ ਤਰ੍ਹਾਂ, ਸ਼ੇਰ ਦੀ ਤਰ੍ਹਾਂ ਫਿਰਦਾ ਪਾੜ ਖਾਣ ਦੇ ਲਈ ਕਿ ਕਿਹਨੂੰ ਖਾਵਾਂ। ਉਹਨੇ ਤਾਂ ਇੱਕ ਸੈਕਿੰਡ ਨਹੀਂ ਸੀ ਲਾਉਣਾ ਲੋਕਾਂ ਨੂੰ ਖਤਮ ਕਰਨ ਦੇ ਵਿੱਚ, ਕਿਉਂਕਿ ਉਹ ਤਾਂ ਪਹਿਲਾਂ ਹੀ ਨਾਸ਼ ਕਰਨ ਵਾਲਾ ਆ, ਉਹ ਤਾਂ ਪਹਿਲਾਂ ਹੀ ਮਾਰਨਾ ਚਾਹੁੰਦਾ। ਤੇ ਅਸੀਂ ਹੈ ਹੀ ਕੀ ਚੀਜ਼ ਆ ਵੀ ਅਸੀਂ ਤਾਂ ਐਡੇ ਗੁਨੇਗਾਰ ਆ, ਐਡੇ ਅਸੀਂ ਮਨ ਦੇ ਕੋੜੀ ਆ, ਇੰਨਾ ਸਾਡੇ ਮਨ ਵਿੱਚ ਅੰਧ ਵਿਸ਼ਵਾਸ ਆ, ਐਡੇ ਅਵਿਸ਼ਵਾਸੀ ਅਸੀਂ, ਸਾਨੂੰ ਤਾਂ ਉਹ ਝੱਟ ਦੇ ਨਹੀਂ ਖਤਮ ਕਰ ਦਿੰਦਾ ਕਿ ਚਾਹੇ ਪਾਪੀ ਆ ਚਾਹੇ ਕੋਈ ਧਰਮੀ ਆ, ਉਹਦੀ ਜ਼ਿੰਦਗੀ ਦਾ ਤੇ ਮੌਤ ਦਾ ਫੈਸਲਾ ਪਰਮੇਸ਼ਰ ਦੇ ਹੱਥ 'ਚ ਆ। ਮਤਲਬ ਕਿ ਉਹ ਕਿੰਨਾ ਸਮਾਂ ਜਿਉਏਗਾ, ਕਦੋਂ ਮਰੇਗਾ, ਇਹ ਮਰਨ ਦੀ ਤਾਕਤ ਪਰਮੇਸ਼ਰ ਦੇ ਹੱਥ 'ਚ ਆ। ਕੋਈ ਇਨਸਾਨ, ਕੋਈ ਸ਼ੈਤਾਨ, ਕੋਈ ਦੁਸ਼ਟ ਆਤਮਾ ਕਿਸੇ ਇਨਸਾਨ ਨੂੰ ਨਹੀਂ ਮਾਰ ਸਕਦੀ ਔਰ ਨਾ ਹੀ ਕੋਈ ਆਤਮਾ ਮਰਨ ਤੋਂ ਬਾਅਦ ਪ੍ਰਭੂ ਦੀ ਮਰਜ਼ੀ ਤੋਂ ਬਿਨਾਂ ਧਰਤੀ ਤੇ ਭਟਕ ਸਕਦੀ। ਔਰ ਇਹ ਪਰਮੇਸ਼ਰ ਦੀ ਮਰਜ਼ੀ ਨਹੀਂ ਆ ਕਿ ਕੋਈ ਮਰਿਆ ਹੋਇਆ ਬੰਦਾ ਧਰਤੀ ਤੇ ਘੁੰਮੇ। ਇਸ ਕਰਕੇ ਬਹੁਤ ਬਹਿਕਾਉਣ ਵਾਲੀਆਂ ਰੂਹਾਂ ਆਉਂਦੀਆਂ ਆ ਸਾਡੇ ਕੋਲੇ ਜੋ ਸਾਨੂੰ ਕਹਿੰਦੀਆਂ ਕਿ ਅਸੀਂ ਤੁਹਾਡੇ ਆਪਣੇ ਆ।
ਇਹ ਜੋ ਅੱਜ ਦਾ ਵਚਨ ਆ ਨਾ, ਇਹ ਮੈਂ ਆਪਣੇ ਇਮੋਸ਼ਨ ਦੇ ਹਿਸਾਬ ਤੇ ਲਿਆ ਸੀ, ਕਿਉਂਕਿ ਜਦੋਂ ਮੇਰੇ ਬ੍ਰਦਰ ਦੀ ਡੈਥ ਹੋਈ ਸੀ ਤਾਂ ਮੈਂ ਵੀ ਇਹ ਸੋਚਦੀ ਸੀ ਕਿ ਪਰਮੇਸ਼ਰ ਉਹਦੇ ਤਾਂ ਇੰਨੇ ਸੁਪਨੇ ਸੀ, ਉਹ ਤਾਂ ਇੰਨਾ ਇੰਟੈਲੀਜੈਂਟ ਸੀ, ਉਹ ਇੰਨਾ ਸੁਲਝਿਆ ਹੋਇਆ ਸੀ, ਤਾਂ ਐਡੀ ਛੇਤੀ ਉਹ ਕਿੱਦਾਂ ਜਾ ਸਕਦਾ, ਉਹ ਇੰਨਾ ਚੰਗਾ ਸੀ ਪਰਮੇਸ਼ਰ, ਉਹ ਤਾਂ ਤੈਨੂੰ ਵੀ ਪਸੰਦ ਹੋਏਗਾ, ਤੂੰ ਕਿੱਦਾਂ ਲਿਜਾ ਸਕਦਾ ਉਹਨੂੰ। ਤਾਂ ਫਿਰ ਜਦੋਂ ਕਿਸੇ ਨੇ ਸਾਨੂੰ ਇਹ ਗੱਲ ਕਹੀ ਕਿ ਉਹ ਅਣਹੋਈ ਮਰ ਗਿਆ, ਉੱਤੇ ਕਿਸੇ ਨੇ ਕੀਤਾ ਕਰਾਇਆ ਸੀ, ਜੇ ਕੁਛ ਨਾ ਕੁਛ ਸੀ, ਤਾਂ ਉਦੋਂ ਮੈਂ ਇਹ ਚੀਜ਼ ਨੂੰ ਸੋਚਦੀ ਸੀ ਕਿ ਪ੍ਰਭੂ ਤੇਰੀ ਬਣਾਈ ਦੁਨੀਆ ਦੇ ਵਿੱਚ ਕੋਈ ਐਡਾ ਆਪਣੀ ਮਰਜ਼ੀ ਕਰ, ਜੇ ਕੋਈ ਵੀ ਆਵੇ ਤੇਰੇ ਲੋਕਾਂ ਨੂੰ ਮਾਰ ਜੇ, ਤੇ ਫਿਰ ਤੂੰ ਰਾਜਾ ਕਾਹਦਾ ਹੋਇਆ। ਮੈਂ ਕਦੇ ਪ੍ਰਭੂ ਤੋਂ ਡਰ ਕੇ ਸਵਾਲ ਨਹੀਂ ਕੀਤਾ, ਮੈਂ ਉਹਨੂੰ ਵੀ ਇੱਕ ਟੋਕ ਕੇ ਕਹਿੰਦੀ ਕਿ ਪ੍ਰਭੂ ਤੂੰ ਮੈਨੂੰ ਦੱਸ, ਅਗਰ ਤੂੰ ਹੈ ਤਾਂ ਫਿਰ ਮੈਨੂੰ ਇਹ ਗੱਲ ਕਲੀਅਰ ਕਰ। ਔਰ ਉਦੋਂ ਮੈਂ ਇਹੀ ਗੱਲ ਕਹਿੰਦੀ ਸੀ ਕਿ ਪਰਮੇਸ਼ਰ ਫਿਰ ਤੂੰ ਕਾਹਦਾ ਪਰਮੇਸ਼ਰ ਹੋਇਆ ਜੇ ਕੋਈ ਵੀ ਆਵੇ ਤਾਂ ਤੇਰੇ ਲੋਕਾਂ ਨੂੰ ਮਾਰ ਕੇ ਚਲਾ ਜਾਵੇ। ਤਾਂ ਉਦੋਂ ਇਹਨਾਂ ਵਚਨਾਂ ਨੇ ਮੈਨੂੰ ਬੜਾ ਸਮਝਾਇਆ ਕਿ ਹਾਂ ਪਰਮੇਸ਼ਰ ਕਹਿੰਦਾ ਮੇਰੀ ਵਿਵਸਥਾ ਐਡੀ ਕੱਚੀ ਨਹੀਂ ਆ, ਤੇਰੀ ਸਮਝ ਤੇਰੀ ਸੋਚ ਛੋਟੀ ਆ ਕਿ ਤੂੰ ਪਰਮੇਸ਼ਰ ਨੂੰ ਛੋਟਾ ਸਮਝ ਰਹੀ ਆ, ਪਰ ਮੈਂ ਉਹ ਨਹੀਂ ਆ ਜੋ ਤੇਰੇ ਦਿਮਾਗ ਦੀ ਖੇਡ 'ਚ ਆ ਜਾਵਾਂ। ਸੱਚਮੁੱਚ ਪਰਮੇਸ਼ਰ ਕਲੀਅਰ ਕਰਦਾ, ਉਹਨੂੰ ਪੁੱਛਣ ਦੀ ਹਿੰਮਤ ਰੱਖੋ। ਤਾਂ ਉਦੋਂ ਸਾਨੂੰ ਵੀ ਇਹ ਲੱਗਦਾ ਸੀ ਕਿ ਸ਼ਾਇਦ ਉਹ ਅਣਹੋਈ ਚਲ ਗਿਆ। ਉਸ ਤੋਂ ਬਾਅਦ ਸਾਨੂੰ ਸੁਪਨੇ ਆਣੇ ਉਹਦੇ, ਮੈਨੂੰ ਸਭ ਤੋਂ ਜ਼ਿਆਦਾ ਸੁਪਨੇ ਆਉਂਦੇ ਸੀ ਕਿ ਉਹਨੇ ਕਹਿਣਾ ਕਿ ਮੈਂ ਆ ਗਿਆ ਆ, ਮੈਂ ਖੁਸ਼ ਨਹੀਂ ਹੈਗਾ, ਮੈਂ ਠੀਕ ਨਹੀਂ ਹੈਗਾ, ਇੱਦਾਂ ਮੇਰੇ ਨਾਲ ਸੁਪਨਿਆਂ ਦੇ ਨਾਲ ਗੱਲਾਂ ਕਰਨੀਆਂ, ਔਰ ਇੱਦਾਂ ਲੱਗਣਾ ਮੈਨੂੰ ਜਿੱਦਾਂ ਸੱਚੀ ਮੈਨੂੰ ਮਿਲ ਕੇ ਗਿਆ ਆ ਉਹ। ਤਾਂ ਉਹ ਗੱਲਾਂ ਤੋਂ ਮੈਂ ਬੜਾ ਕਨਫਿਊਜ਼ ਹੋਣਾ ਕਿ ਪ੍ਰਭੂ ਕੀ ਉਹ ਸੱਚੀ ਭਟਕ ਰਿਹਾ ਆ। ਪਰਮੇਸ਼ਰ ਇੱਕ ਤਾਂ ਸਾਨੂੰ ਦੁੱਖ ਹੈਗਾ ਸੀ ਕਿ ਤੂੰ ਉਹਨੂੰ ਲੈ ਗਿਆ ਆ, ਤਾਂ ਇੱਕ ਹੋਰ ਵੀ ਵੱਡਾ ਸਾਨੂੰ ਦੁੱਖ ਦੇ ਰਿਹਾ ਆ ਵੀ ਉਹ ਤਾਂ ਭਟਕ ਰਿਹਾ ਆ, ਉਹ ਸਾਨੂੰ ਕਈ ਗੱਲਾਂ ਕਹਿ ਰਿਹਾ ਆ ਕਿ ਮੈਂ ਖੁਸ਼ ਨਹੀਂ ਹੈਗਾ, ਉਹ ਰੋਂਦਾ ਦਿਖਦਾ ਸੀ ਸਾਨੂੰ ਜਦ ਵੀ। ਤਾਂ ਇਹ ਚੀਜ਼ਾਂ ਤੋਂ ਮੈਂ ਬੜਾ ਸਵਾਲ ਕਰਨੀ, ਮੈਂ ਆਪਣੇ ਆਪ 'ਚ ਉਲਝਦੀ ਰਹਿਣਾ ਕਿ ਪਰਮੇਸ਼ਰ ਕੁਛ ਤਾਂ ਜਵਾਬ ਦੱਸ। ਤਾਂ ਇਹ ਇੱਦਾਂ ਦੇ ਸਵਾਲ ਅਗਰ ਮੇਰੇ ਮਨ 'ਚ ਆ ਤਾਂ ਹੋਰਾਂ ਦੇ ਵੀ ਮਨ 'ਚ ਹੋਣਗੇ ਕਿ ਸਾਡੇ ਜਿਹੜੇ ਮਰ ਗਏ ਨੇ, ਅਣਹੋਈ ਮਰ ਗਏ ਨੇ ਜਾਂ ਹੋਈ ਮਰ ਗਏ ਨੇ, ਉਹ ਕਿੱਥੇ ਨੇ, ਉਹ ਕੀ ਕਰ ਰਹੇ ਨੇ, ਕਿ ਉਹ ਸਾਨੂੰ ਵੇਖਦੇ ਨੇ, ਕਿ ਉਹ ਸਾਨੂੰ ਸੁਣਦੇ ਨੇ। ਤਾਂ ਅੱਜ ਦਾ ਇਹ ਜਿਹੜਾ ਵਚਨ ਆ, ਇਹ ਸਾਡੇ ਸਵਾਲਾਂ ਦਾ ਜਵਾਬ ਆ ਕਿ ਜਿਹੜੇ ਮਰ ਗਏ ਨੇ ਉਹ ਸਦਾ ਦੀ ਨੀਂਦ ਸੌਂ ਰਹੇ ਆ। ਅਸੀਂ ਵਚਨ 'ਚ ਪੜ੍ਹਿਆ ਕਿ ਜਿਹੜੇ ਸੌਂ ਗਏ ਸੀ ਸਦਾ ਦੀ ਨੀਂਦ, ਵਚਨ ਕਹਿੰਦਾ ਕਿ ਯਿਸੂ ਮਸੀਹ ਉਹਨਾਂ ਸੁੱਤਿਆਂ ਹੋਇਆਂ ਨੂੰ ਸੁਸਮਾਚਾਰ ਸੁਣਾਉਣ ਗਏ ਸੀ, ਖੁਸ਼ਖਬਰੀ ਦਾ ਪ੍ਰਚਾਰ ਸੁਣਾਉਣ ਗਏ ਸੀ ਥੱਲੇ। ਜਿਹੜਾ ਬੰਦਾ ਮਰ ਗਿਆ, ਇੱਕ ਵਾਰੀ ਇਸ ਸਰੀਰ ਨੂੰ ਛੱਡ ਕੇ ਚਲਾ ਗਿਆ, ਉਹ ਫਿਰ ਇਸ ਧਰਤੀ ਤੇ ਨਹੀਂ ਆਉਂਦਾ, ਉਹ ਪਤਾਲ ਦੇ ਫਾਟਕਾਂ ਦੇ ਵਿੱਚ ਬੰਨਿਆ ਜਾਂਦਾ ਆ। ਪਤਾਲ ਦੇ ਫਾਟਕਾਂ ਨੂੰ ਜਿੰਦੇ ਲੱਗੇ ਹੋਏ ਨੇ, ਸਵਰਗ ਦੀ ਕੁੰਜੀ ਇਨਸਾਨ ਕੋਲ ਆ, ਧਰਤੀ ਇਨਸਾਨ ਦੇ ਲਈ ਖੁੱਲੀ ਹੋਈ ਆ, ਪਤਾਲ ਦੀ ਕੁੰਜੀ ਕਿਸੇ ਕੋਲੇ ਨਹੀਂ ਆ। ਇਸ ਲਈ ਕੋਈ ਦੁਸ਼ਟ, ਕੋਈ ਇਨਸਾਨ, ਕੋਈ ਦਾਸ, ਕੋਈ ਫਰਿਸ਼ਤਾ, ਕੋਈ ਦੂਤ ਉਸ ਪਤਾਲ ਦੇ ਦਰਵਾਜ਼ੇ ਨੂੰ ਨਹੀਂ ਖੋਲ੍ਹ ਸਕਦਾ। ਜਿੰਨੇ ਮਰ ਗਏ ਨੇ ਉਹ ਧਰਤੀ ਤੇ ਕਿਸੇ ਦਾ ਰੂਪ ਲੈ ਕੇ ਨਹੀਂ ਆਉਂਦੇ, ਨਾ ਆਪਣੇ ਰੂਪ 'ਚ ਆਉਂਦੇ ਨੇ, ਅਤੇ ਉਹ ਉਸ ਜਗ੍ਹਾ ਦੇ ਵਿੱਚ ਆਰਾਮ ਕਰ ਰਹੇ ਨੇ। ਫਿਲਹਾਲ ਦੇ ਲਈ ਤਾਂ ਆਰਾਮ ਹੀ ਕਰ ਰਹੇ ਨੇ, ਉਹ ਭਟਕਦੇ ਨਹੀਂ ਆ। ਨੈਕਸਟ ਵਚਨ 'ਚੋਂ ਦੇਖਾਂਗੇ, ਪਹਿਲਾ ਕੁਰਿੰਥੀਆਂ ਦੇ 15 ਨੰਬਰ ਅਧਿਆਇ ਦੀ 22 ਔਰ 23 ਨੰਬਰ ਆਇਤ ਨੂੰ, ਜਿਸ ਤਰ੍ਹਾਂ ਆਦਮ ਵਿੱਚ ਸਭੇ ਮਰਦੇ ਹਨ, ਉਸੇ ਤਰ੍ਹਾਂ ਮਸੀਹ ਵਿੱਚ ਸਭੇ ਜਿਉਂਦੇ ਹੋ ਜਾਣਗੇ, ਪਰ ਹਰੇਕ ਆਪੋ ਆਪਣੀ ਵਾਰੀ ਸਿਰ। ਹਾਲੇਲੂਇਆ। ਅਸੀਂ ਇਹ ਗੱਲ ਸੋਚ ਲੈਂਦੇ ਹਾਂ ਵੀ ਜਿਹੜੇ ਸਾਡੇ ਮਰ ਗਏ ਨੇ ਕਿਤੇ ਉਹ ਸਾਡੇ ਸਾਹਮਣੇ ਆ ਜਾਂਦੇ, ਕਈ ਵਾਰ ਸੁਪਨਿਆਂ ਦੇ ਦੁਆਰਾ ਸਾਨੂੰ ਦਿਖਾਈ ਦਿੰਦੇ, ਜਾਂ ਫਿਰ ਕਈ ਵਾਰੀ ਅਸੀਂ ਆਪਣੇ ਦਿਲ ਤੋਂ ਮਜਬੂਰ ਹੋ ਕੇ ਕਹਿ ਦਿੰਦੇ ਕਿ ਪ੍ਰਭੂ ਸੁਪਨੇ ਦੁਆਰਾ ਹੀ ਗੱਲ ਕਰਵਾ ਦੇ, ਇੱਕ ਵਾਰੀ ਮਿਲਾ ਦੇ। ਤਾਂ ਉਹ ਪਰਮੇਸ਼ਰ ਇਹ ਕੰਮ ਨਹੀਂ ਕਰਦਾ, ਕਿਉਂਕਿ ਜੇ ਪਰਮੇਸ਼ਰ ਨੇ ਸਾਨੂੰ ਉਹਨੂੰ ਸੁਪਨਿਆਂ ਦੇ ਦੁਆਰਾ ਮਿਲਾਉਣਾ ਹੋਵੇ, ਖਿਆਲਾਂ ਦੇ ਦੁਆਰਾ ਮਿਲਾਉਣਾ ਹੋਵੇ, ਤਾਂ ਉਹ ਸਾਥੋਂ ਉਹਨੂੰ ਲੈ ਕੇ ਹੀ ਨਹੀਂ ਜਾਂਦਾ, ਕਿਉਂਕਿ ਪਰਮੇਸ਼ਰ ਸਾਡੀ ਸੋਚ ਦੇ ਹਿਸਾਬ ਦੇ ਨਾਲ ਕੰਮ ਨਹੀਂ ਕਰਦਾ। ਅਸੀਂ ਉਹਦੀ ਸੋਚ ਦੇ ਹਿਸਾਬ 'ਤੇ ਸੋਚ ਵੀ ਨਹੀਂ ਸਕਦੇ। ਇਸ ਕਰਕੇ ਇਹ ਸਭ ਖੇਡਾਂ ਨਾ ਜੋ ਸਾਡੇ ਨਾਲ, ਇਹ ਸ਼ੈਤਾਨ ਖੇਡਦਾ ਆ। ਸਾਨੂੰ ਕਈ ਵਾਰ ਸੁਪਨਿਆਂ ਦੇ ਦੁਆਰਾ ਸਾਡੇ ਕਹਿਣ ਤੇ ਦੇਖ ਪੈਂਦੇ, ਅਸੀਂ ਖੁਸ਼ ਹੋ ਜਾਂਦੇ, ਰੱਬਾ ਤੂੰ ਸਾਨੂੰ ਦਿਖਾਤਾ। ਰੱਬ ਇੰਨਾ ਛੋਟੇ ਕੰਮਾਂ ਲਈ ਵਿਹਲਾ ਨਹੀਂ ਬੈਠਾ। ਇਹ ਸਭ ਕੰਮ ਮੈਂ ਖੁਦ ਕਰਦੀ ਰਹੀ ਹਾਂ, ਕਿਉਂਕਿ ਮੈਂ ਆਪਣੇ ਭਰਾ ਦੇ ਨਾਲ ਬੱਚਿਆਂ ਦੀ ਤਰ੍ਹਾਂ ਅਟੈਚ ਸੀ। ਭਾਵੇਂ ਉਹ ਮੇਰੇ ਤੋਂ ਛੋਟਾ ਸੀ, ਪਰ ਉਹ ਮੈਨੂੰ ਛੋਟੇ ਬੱਚਿਆਂ ਦੀ ਤਰ੍ਹਾਂ ਰੱਖਦਾ ਸੀ, ਅਤੇ ਮੈਨੂੰ ਹਮੇਸ਼ਾ ਹੀ ਇਹ ਲੱਗਦਾ ਰਹਿੰਦਾ ਹੁੰਦਾ ਸੀ ਕਿ ਮੈਨੂੰ ਬਸ ਚਾਹੀਦਾ ਆ ਪਰਮੇਸ਼ਰ, ਮੈਨੂੰ ਭਾਵੇਂ ਘਰੇ ਚੱਲਦਾ ਫਿਰਦਾ ਵੀ ਦਿਖ ਜੇ, ਮੈਂ ਕਿਸੇ ਨੂੰ ਨਹੀਂ ਦੱਸਾਂਗੀ ਮੈਨੂੰ ਮੇਰਾ ਭਰਾ ਦਿਖਦੇ। ਮਤਲਬ ਇਹ ਗੱਲਾਂ ਹੋ ਜਾਂਦੀਆਂ ਜਦੋਂ ਅਸੀਂ ਦਿਲ ਤੋਂ ਅਟੈਚ ਹੁੰਦੇ ਕਿਸੇ ਬੰਦੇ ਨਾਲ। ਤਾਂ ਵਚਨ ਕਹਿੰਦਾ ਕਿ ਜਿੱਦਾਂ ਆਦਮ 'ਚ ਸਾਰੇ ਮਰ ਗਏ, ਮਸੀਹ ਦੇ ਵਿੱਚ ਸਾਰੇ ਜਿਉਂਦੇ ਹੋਣਗੇ, ਪਰ ਸਾਡੀ ਮਰਜ਼ੀ ਇੱਛਾ ਦੇ ਅਨੁਸਾਰ ਨਹੀਂ। ਜਦੋਂ ਅਸੀਂ ਕਹਿ ਦਾਂਗੇ ਉਦੋਂ ਨਹੀਂ, ਜਦੋਂ ਅਸੀਂ ਕਵਾਂਗੇ ਵੀ ਉਹ ਸਾਨੂੰ ਦਿਖ ਪਏ, ਉਹ ਸਾਨੂੰ ਉਦੋਂ ਦਿਖੇਗਾ ਨਹੀਂ। ਕਦੋਂ ਹੋਏਗਾ? ਉਹ ਕਦੋਂ ਜਿਉਂਦਾ ਹੋਏਗਾ? ਉਸ ਪਤਾਲ ਦੇ ਦਰਵਾਜ਼ਿਆਂ 'ਚੋਂ ਕਦੋਂ ਬਾਹਰ ਨਿਕਲੇਗਾ? ਆਪੋ ਆਪਣੀ ਵਾਰੀ ਸਿਰ, ਸਮੇਂ ਸਿਰ। ਔਰ ਉਹ ਸਮਾਂ ਕਿਸੇ ਇਨਸਾਨ ਦਾ ਠਹਿਰਾਇਆ ਹੋਇਆ ਨਹੀਂ ਹੈ, ਉਹ ਸਮਾਂ ਪਰਮੇਸ਼ਰ ਦੇ ਦੁਆਰਾ ਠਹਿਰਾਇਆ ਹੋਇਆ। ਔਰ ਉਹ ਇਨਸਾਨ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾਂ, ਪਰਮੇਸ਼ਰ ਦੀ ਇੱਛਾ ਤੋਂ ਬਿਨਾਂ, ਪਰਮੇਸ਼ਰ ਦੇ ਉਸ ਪਤਾਲ ਦੇ ਦਰਵਾਜ਼ੇ ਖੋਲ੍ਹੇ ਤੋਂ ਬਿਨਾਂ ਉਹ ਇਨਸਾਨ ਉਸ ਜਗ੍ਹਾ ਤੋਂ ਬਾਹਰ ਨਹੀਂ ਨਿਕਲ ਸਕਦਾ। ਹਾਲੇਲੂਇਆ।
ਨੈਕਸਟ ਵਚਨ 'ਚੋਂ ਦੇਖਾਂਗੇ ਦੂਸਰਾ ਪਤਰਸ ਉਹਦੇ 2 ਨੰਬਰ ਅਧਿਆਇ ਦੀ 7 ਤੋਂ ਲੈ ਕੇ 9 ਨੰਬਰ ਆਇਤ ਤੱਕ। ਅਤੇ ਲੂਤ ਨੂੰ ਜਿਹੜਾ ਧਰਮੀ ਸੀ ਅਤੇ ਦੁਸ਼ਟਾਂ ਦੇ ਲੁੱਚਪੁਣੇ ਦੀ ਚਾਲ ਤੋਂ ਦੁਖੀ ਹੁੰਦਾ ਸੀ ਬਚਾ ਲਿਆ, ਕਿਉਂ ਜੋ ਉਹ ਧਰਮੀ ਪੁਰਖ ਉਹਨਾਂ ਵਿੱਚ ਵਸਦਿਆਂ ਉਹਨਾਂ ਦੇ ਭੈੜੇ ਕੰਮਾਂ ਨੂੰ ਵੇਖ ਕੇ ਸੁਣ ਕੇ ਦਿਨੋਂ ਦਿਨ ਆਪਣੀ ਧਰਮੀ ਜਾਨ ਨੂੰ ਦੁੱਖ ਦਿੰਦਾ, ਤਾਂ ਪ੍ਰਭੂ ਭਗਤਾਂ ਨੂੰ ਪਰਤਿਆਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਂ ਦੇ ਦਿਨ ਤੱਕ ਸਜ਼ਾ ਹੇਠ ਰੱਖਣਾ ਜਾਣਦਾ ਹੈ। ਹਾਲੇਲੂਇਆ। ਤਾਂ ਇਸ ਵਚਨ ਤੋਂ ਵੀ ਸਾਨੂੰ ਕੀ ਕਲੀਅਰ ਹੁੰਦਾ ਕਿ ਸ਼ੈਤਾਨ ਕਿਸੇ ਦੀ ਜਾਨ ਲੈ ਸਕਦਾ ਕਿ ਨਹੀਂ ਲੈ ਸਕਦਾ। ਇਸ ਵਚਨ ਤੋਂ ਸਾਨੂੰ ਕਲੀਅਰ ਹੁੰਦਾ ਕਿਉਂਕਿ ਵਚਨ ਸਾਨੂੰ ਦੱਸਦਾ ਕਿ ਜਦੋਂ ਲੂਤ ਦੇ ਸਮੇਂ ਦੇ ਲੋਕ ਸੀਗੇ, ਉਹ ਨਗਰ ਦੇ ਵਿੱਚ ਲੋਕ ਪਾਪ ਕਰਦੇ ਸੀ, ਬਹੁਤ ਜ਼ਿਆਦਾ ਪਾਪ ਵੱਧ ਚੁੱਕਿਆ ਸੀ, ਇੰਨਾ ਕੁ ਜ਼ਿਆਦਾ ਕਿ ਪਰਮੇਸ਼ਰ ਖੁਦ ਉਸ ਗੱਲ ਤੋਂ ਪਰੇਸ਼ਾਨ ਹੋ ਕੇ ਲੂਤ ਦੇ ਸ਼ਹਿਰ ਨੂੰ ਨਾਸ਼ ਕਰਨ ਆ ਗਏ ਸੀਗੇ। ਕਹਿੰਦਾ ਪਰ ਜਿਹੜਾ ਲੂਤ ਇਨਸਾਨ ਸੀ, ਕਹਿੰਦਾ ਉਹ ਦੁਸ਼ਟਾਂ ਦੇ ਉਸ ਚਾਲ ਚੱਲਣ ਨੂੰ ਦੇਖ ਕੇ ਬੜਾ ਦੁਖੀ ਹੁੰਦਾ ਸੀਗਾ ਤੇ ਉਹਨਾਂ ਦੇ ਭੈੜੇ ਕੰਮਾਂ ਨੂੰ ਵੇਖ ਕੇ ਆਪਣੀ ਜਾਨ ਦੇ ਵਿੱਚ ਕੁੜਦਾ ਰਹਿੰਦਾ ਸੀ, ਦੁਖੀ ਹੁੰਦਾ ਰਹਿੰਦਾ ਸੀ, ਪਰੇਸ਼ਾਨ ਹੁੰਦਾ ਰਹਿੰਦਾ ਸੀਗਾ। ਪਰ ਪਰਮੇਸ਼ਰ ਨੇ ਕੀ ਕੀਤਾ, ਉਸ ਪਾਪੀ ਲੋਕਾਂ ਨੂੰ ਪਰਮੇਸ਼ਰ ਨੇ ਨਾਸ਼ ਕੀਤਾ। ਜਿਹੜਾ ਪੂਰਾ ਨਗਰ ਭਰਿਆ ਹੋਇਆ ਸੀ, ਉਹਨੇ ਇੱਕ ਤੇ ਵੀ ਤਰਸ ਨਹੀਂ ਕੀਤਾ, ਇੱਕ ਪਾਪੀ ਤੇ ਵੀ ਤਰਸ ਨਹੀਂ ਕੀਤਾ, ਉਹਨੇ ਸਾਰੇ ਪਾਪੀਆਂ ਨੂੰ ਕੀ ਕਰ ਦਿੱਤਾ, ਮਾਰ ਦਿੱਤਾ। ਕਿਹਨੇ ਮਾਰਿਆ? ਪਰਮੇਸ਼ਰ ਨੇ। ਪਰ ਕਿਹਨੂੰ ਬਚਾਇਆ? ਲੂਤ ਨੂੰ। ਹੁਣ ਇਸ ਵਚਨ ਚੋਂ ਕਿੱਦਾਂ ਕਲੀਅਰ ਹੋਇਆ ਸਾਨੂੰ ਕਿ ਸ਼ੈਤਾਨ ਨਹੀਂ ਜਾਨ ਲੈ ਸਕਦਾ, ਕਿਉਂਕਿ ਜੇ ਉਸ ਸ਼ਹਿਰ ਦੇ ਵਿੱਚ 100 ਚੋਂ 99% ਲੋਕਾਂ ਤੇ ਸ਼ੈਤਾਨ ਦਾ ਕਬਜ਼ਾ ਸੀਗਾ, ਤਾਂ 1% ਨੂੰ ਸ਼ੈਤਾਨ ਕਿਉਂ ਨਹੀਂ ਬਦਲ ਪਾਇਆ? ਉਸ ਇੱਕ ਬੰਦੇ ਦੇ ਉੱਤੇ ਸ਼ੈਤਾਨ ਕਬਜ਼ਾ ਕਿਉਂ ਨਹੀਂ ਕਰ ਪਾਇਆ? ਅਤੇ ਉਹ ਜਿਹੜਾ ਸ਼ਹਿਰ ਸੀਗਾ ਉਹ ਨਾਸ਼ ਭਾਵੇਂ ਸ਼ੈਤਾਨ ਦੀਆਂ ਕੰਮਾਂ ਕਰਕੇ ਹੋਇਆ, ਕਿਉਂਕਿ ਉਹਨਾਂ ਨੇ ਸ਼ੈਤਾਨ ਨੂੰ ਅਸੈਪਟ ਕਰ ਲਿਆ ਕਿ ਮਤਲਬ ਆਪਣੇ ਅੰਦਰ ਸ਼ੈਤਾਨ ਦਾ ਗੜ ਬਣਾ ਲਿਆ। ਸ਼ੈਤਾਨ ਦੇ ਕਰਕੇ ਜ਼ਰੂਰ ਮਰਿਆ, ਪਰ ਉਹ ਸ਼ੈਤਾਨ ਨੇ ਨਹੀਂ ਮਾਰਿਆ। ਮਾਰਿਆ ਕਿਹਨੇ? ਪਰਮੇਸ਼ਰ ਨੇ। ਤੇ ਜੇ ਪਰਮੇਸ਼ਰ 100 ਪਾਪੀਆਂ ਦੇ ਵਿੱਚੋਂ ਇੱਕ ਧਰਮੀ ਨੂੰ ਬਾਹਰ ਕੱਢ ਸਕਦਾ ਤੇ ਇੱਕ ਧਰਮੀ ਨੂੰ ਬਚਾ ਸਕਦਾ ਆ, ਤਾਂ ਕੀ ਉਹ ਪਰਮੇਸ਼ਰ ਚੰਗਾ ਹੋ ਕੇ, ਖੁਦ ਭਲਾ ਹੋ ਕੇ ਕਿਸੇ ਭਲੇ ਇਨਸਾਨ ਨੂੰ ਸ਼ੈਤਾਨ ਦੇ ਹੱਥ ਵਿੱਚ ਦਵੇਗਾ ਕਿ ਤੂੰ ਇਹਦਾ ਨਾਸ਼ ਕਰ ਦੇ? ਕੀ ਉਹ ਪਰਮੇਸ਼ਰ ਜਿਹੜਾ ਖੁਦ ਪਵਿੱਤਰ ਆ, ਉਹ ਪਵਿੱਤਰ ਹੋ ਕੇ ਕਿਸੇ ਦੀ ਜਾਨ ਨਹੀਂ ਲੈਂਦਾ ਬੇਦੋਸ਼ੇ ਦੀ? ਜਿਹੜਾ ਬੇਦੋਸ਼ਾ ਆ, ਜਿਹਦਾ ਲੂਤ ਬੇਦੋਸ਼ਾ ਸੀ, ਧਰਮੀ ਸੀ, ਅਗਰ ਉਹਦਾ ਸਾਰਾ ਪਿੰਡ ਪਾਪੀ ਸੀ ਪਰ ਕੱਲਾ ਲੂਤ ਚੰਗਾ ਸੀ, ਪਰਮੇਸ਼ਰ ਕੀ ਕਹਿੰਦਾ ਕਿ ਇੱਕ ਧਰਮੀ ਜਾਊਗਾ ਵੀ ਤਾਂ ਕਿੱਡੀ ਕੁ ਗੱਲ ਆ, ਸਾਰਾ ਪਿੰਡ ਹੀ ਨਾਸ਼ ਕਰ ਦੋ, ਹੁਣ ਕਿਹੜਾ ਇਹਨੂੰ ਬਾਹਰ ਕੱਢੇ? ਪਰ ਪਰਮੇਸ਼ਰ ਨੇ ਉਹਨੂੰ ਬਾਹਰ ਕੱਢਿਆ, ਫੇਰ ਪਿੰਡ ਨਾਸ਼ ਕੀਤਾ। ਤੇ ਜੇ ਪਰਮੇਸ਼ਰ 100 ਦੇ ਵਿੱਚੋਂ ਇੱਕ ਨੂੰ ਬਚਾ ਸਕਦਾ, ਤਾਂ ਕੀ ਪਰਮੇਸ਼ਰ ਬਾਕੀ ਧਰਮੀਆਂ ਨੂੰ ਐਵੇਂ ਛੱਡ ਦੂਗਾ ਵੀ ਜਾ ਸ਼ੈਤਾਨ ਤੂੰ ਜੋ ਮਰਜ਼ੀ ਕਰ ਲਾ ਔਰ ਜਾ ਤੂੰ ਕਰਕੇ ਖਤਮ ਕਰਕੇ ਆ ਜਾ? ਅਜਿਹਾ ਕਦੇ ਨਹੀਂ ਹੋਏਗਾ। ਪਰਮੇਸ਼ਰ ਕਿਸੇ ਧਰਮੀ ਦੀ, ਕਿਸੇ ਪਾਪੀ ਦੀ ਜਾਨ ਸ਼ੈਤਾਨ ਦੇ ਹੱਥਾਂ ਦੇ ਵਿੱਚ ਨਹੀਂ ਛੱਡਦਾ ਕਿ ਤੂੰ ਉਹਨੂੰ ਜਾ ਕੇ ਮਾਰ ਦੇ, ਕਿਉਂਕਿ ਪਾਪ ਕਰਦਾ ਇਨਸਾਨ ਅਤੇ ਸਜ਼ਾ ਦੇਣ ਦਾ ਹੱਕ ਇਨਸਾਨ ਨੂੰ ਨਹੀਂ ਆ। ਕਹਿੰਦਾ ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਕਿਸੇ ਦਾ ਨਿਆਂ ਕਰੋ, ਤੁਸੀਂ ਕਿਸੇ ਨੂੰ ਦੋਸ਼ੀ ਠਹਿਰਾਓ, ਤੁਸੀਂ ਆਪਣੇ ਭਰਾ ਨੂੰ ਦੱਸੋ ਵੀ ਤੇਰੀ ਅੱਖ ਦੇ ਵਿੱਚ ਕੱਖ ਆ। ਕਹਿੰਦਾ ਪਹਿਲਾਂ ਆਪਣੀ ਅੱਖਾਂ ਸਾਫ਼ ਕਰ, ਭਾਵੇਂ ਉਹਦੀ ਅੱਖ 'ਚ ਹੈਗਾ ਹੀ ਆ, ਪਰ ਤੈਨੂੰ ਇਹ ਅਧਿਕਾਰ ਨਹੀਂ ਹੈਗਾ ਤੂੰ ਕਿਸੇ ਤੇ ਦੋਸ਼ ਲਾਵੇਂ। ਇਸ ਕਰਕੇ ਪਰਮੇਸ਼ਰ ਕਦੇ ਵੀ ਕਿਸੇ ਪਾਪੀ ਦੀ ਜਾਂ ਧਰਮੀ ਦੀ ਜਾਨ ਨੂੰ ਸ਼ੈਤਾਨ ਦੇ ਹੱਥ ਵਿੱਚ ਨਹੀਂ ਛੱਡਦਾ ਅਤੇ ਨਾ ਸ਼ੈਤਾਨ ਜ਼ਬਰਦਸਤੀ ਕਿਸੇ ਦੀ ਜਾਨ ਲੈ ਸਕਦਾ ਹੈ। ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜਾਂਗੇ ਯੋਹੰਨਾ ਉਹਦੇ 10 ਨੰਬਰ ਅਧਿਆਇ ਦੀ 28 ਨੰਬਰ ਆਇਤ ਨੂੰ। ਮੈਂ ਆਪਣੀਆਂ ਭੇਡਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ ਅਤੇ ਉਹ ਕਦੇ ਨਹੀਂ ਮਰਨਗੀਆਂ ਅਤੇ ਨਾ ਕੋਈ ਉਹਨਾਂ ਨੂੰ ਮੇਰੇ ਤੋਂ ਖੋਹ ਸਕਦਾ ਹੈ। ਹਾਲੇਲੂਇਆ। ਇੱਥੇ ਗੱਲ ਹੋ ਰਹੀ ਆ ਪਰਮੇਸ਼ਰ ਦੀਆਂ ਭੇਡਾਂ ਦੀ। ਪਰਮੇਸ਼ਰ ਦੀਆਂ ਭੇਡਾਂ ਮਤਲਬ ਧਰਮੀ ਲੋਕ, ਅਤੇ ਧਰਮੀ ਲੋਕਾਂ ਨੂੰ ਪਰਮੇਸ਼ਰ ਕਹਿੰਦਾ ਮੈਂ ਸਦੀਪਕ ਜੀਵਨ ਦੇਣ ਵਾਲਾ ਆ। ਉਹਨੇ ਇਹ ਨਹੀਂ ਕਿਹਾ ਕਿ ਧਰਮੀ ਲੋਕ ਆ ਜਿਹੜੇ ਉਹਨਾਂ ਨੇ ਸਦੀਪਕ ਜੀਵਨ ਆਪੇ ਹੀ ਲੈ ਲਿਆ। ਕਿਹਨੇ ਦਿੱਤਾ? ਪਰਮੇਸ਼ਰ ਨੇ। ਤੇ ਜਦੋਂ ਜੀਵਨ ਪਰਮੇਸ਼ਰ ਨੇ ਦਿੱਤਾ ਤਾਂ ਕਹਿੰਦਾ ਉਹਨਾਂ ਨੂੰ ਮੇਰੇ ਤੋਂ ਕੋਈ ਖੋ ਵੀ ਨਹੀਂ ਸਕਦਾ। ਹਾਲੇਲੂਇਆ। ਕਿਸੇ ਨੇ ਕਿਸੇ ਤੋਂ ਭੇਡ ਲੈਣੀ ਆ, ਮੰਗ ਕੇ ਲੈਣੀ ਆ, ਉਹ ਇੱਕ ਅਲੱਗ ਗੱਲ ਆ। ਕਹਿੰਦਾ ਪਰ ਮੰਗੀ ਤਾਂ ਕੀ, ਮੈਂ ਕਿਸੇ ਨੂੰ ਖੋਣ ਵੀ ਨਹੀਂ ਦਊਂਗਾ। ਤੇ ਸ਼ੈਤਾਨ ਮੰਗ ਕੇ ਲੈਣ ਤਾਂ ਕਦੇ ਆਊਗਾ ਨਹੀਂ, ਉਹ ਤਾਂ ਖੋਣ ਹੀ ਆਊਗਾ ਨਾ। ਤੇ ਕਿਸੇ ਦਾ ਮਤਲਬ ਕਿਸੇ ਨੂੰ ਵੀ ਨਹੀਂ, ਕੋਈ ਨਹੀਂ ਮਤਲਬ ਕੋਈ ਵੀ ਨਹੀਂ, ਕੋਈ ਨਹੀਂ ਦਾ ਮਤਲਬ ਸ਼ੈਤਾਨ ਵੀ ਨਹੀਂ ਲੈ ਸਕਦਾ। ਸ਼ੈਤਾਨ ਧਰਮੀਆਂ ਨੂੰ ਨਹੀਂ ਲਿਜਾ ਸਕਦਾ। ਸ਼ੈਤਾਨ ਪਰਮੇਸ਼ਰ ਦੇ ਧਰਮੀਆਂ ਨੂੰ ਜਾਂ ਪਾਪੀਆਂ ਨੂੰ, ਪਰਮੇਸ਼ਰ ਦੀਆਂ ਭੇਡਾਂ ਨੂੰ, ਪਰਮੇਸ਼ਰ ਦੇ ਲੋਕਾਂ ਨੂੰ
ਹੱਕ ਨਾਲ ਤਾਂ ਕੀ, ਹੱਕ ਤਾਂ ਉਹਦਾ ਹੈ ਹੀ ਨਹੀਂ, ਧੱਕੇ ਨਾਲ ਵੀ ਨਹੀਂ ਲਿਜਾ ਸਕਦਾ। ਅਸੀਂ ਕਹਿੰਦੇ ਕਿ ਸ਼ੈਤਾਨ ਤਾਂ ਹੈ ਹੀ ਧੋਖੇਬਾਜ਼ ਆ, ਹੋ ਸਕਦਾ ਉਹ ਧੋਖੇ ਨਾਲ ਲੋਕਾਂ ਨੂੰ ਮਾਰ ਜਾਂਦਾ ਹੋਵੇ, ਪਰ ਕੀ ਪਰਮੇਸ਼ਰ ਦੇ ਨਾਲੋਂ ਉਹ ਜ਼ਿਆਦਾ ਚਲਾਕ ਆ? ਕੀ ਪਰਮੇਸ਼ਰ ਦੀ ਵਿਵਸਥਾ ਨਾਲੋਂ ਵੱਡੀ ਵਿਵਸਥਾ ਹੈ ਉਹਦੀ? ਕੀ ਸਾਡੇ ਪਰਮੇਸ਼ਰ ਦੇ ਹੱਥਾਂ ਨਾਲੋਂ ਵੱਡੇ ਹੱਥ ਨੇ ਉਹਦੇ? ਜਾਂ ਪਰਮੇਸ਼ਰ ਦੀ ਨਿਗਾਹ ਤੋਂ ਬਾਹਰ ਦੀ ਦੁਨੀਆ 'ਚ ਕਿਤੇ ਲਿਜਾ ਕੇ ਪਾਪ ਕਰਦਾ ਆ ਉਹ, ਜਾਂ ਉਸ ਪਰਮੇਸ਼ਰ ਦੀ ਨਿਗਾਹ 'ਚੋਂ ਕਿਸੇ ਹੋਰ ਦੁਨੀਆ 'ਚ ਲੈ ਜਾਂਦਾ ਜਿੱਥੇ ਪ੍ਰਭੂ ਦੇਖੇ ਨਾ, ਉੱਥੋਂ ਮਾਰ ਕੇ ਲਿਆ ਕੇ ਫਿਰ ਇੱਥੇ ਛੱਡ ਦਿੰਦਾ? ਪਰਮੇਸ਼ਰ ਨੇ ਕਿਹਾ ਕਿ ਮੇਰੀਆਂ ਭੇਡਾਂ ਨੂੰ ਮੈਂ ਜੀਵਨ ਦਿੰਦਾ, ਇਹਦਾ ਮਤਲਬ ਮੌਤ ਵੀ ਉਹੀ ਦੇਗਾ। ਉਹਨੇ ਸਾਨੂੰ ਸਵਰਗ ਦੀਆਂ ਕੁੰਜੀਆਂ ਦਿੱਤੀਆਂ, ਧਰਤੀ ਸਾਨੂੰ ਦਿੱਤੀ, ਪਤਾਲ ਦਾ ਭੇਤ ਕਿਸੇ ਨੂੰ ਨਹੀਂ ਦਿੱਤਾ। ਉਹਨੇ ਕੀ ਕਿਹਾ ਕਿ ਮੇਰੀਆਂ ਭੇਡਾਂ ਨੂੰ ਮੇਰੇ ਤੋਂ ਕੋਈ ਖੋ ਨਹੀਂ ਸਕਦਾ, ਇਹਦਾ ਮਤਲਬ ਕਿ ਸ਼ੈਤਾਨ ਖੋ ਨਹੀਂ ਸਕਦਾ। ਹੁਣ ਲਾਸਟ ਅਤੇ ਬਹੁਤ ਹੀ ਪਾਵਰਫੁਲ ਸ਼ਬਦ, ਜਿਹਦੇ ਵਿੱਚ ਕਲੀਅਰ ਸ਼ਬਦ ਦੇ ਵਿੱਚ ਪਰਮੇਸ਼ਰ ਨੇ ਕਿਹਾ ਕਿ ਤੂੰ ਮੇਰੇ ਧਰਮੀ ਦੀ ਜਾਨ ਨਹੀਂ ਲੈ ਸਕਦਾ। ਉਸ ਵਚਨ ਨੂੰ ਪੜ੍ਹਨ ਦੇ ਲਈ ਅਸੀਂ ਜਾਣਾਂਗੇ ਅਯੂਬ 2 ਉਹਦੀ 5 ਔਰ 6 ਨੰਬਰ ਆਇਤ ਨੂੰ। ਆਪਣਾ ਹੱਥ ਵਧਾ ਕੇ ਉਸ ਦੀ ਹੱਡੀ ਅਤੇ ਉਸ ਦੇ ਮਾंस ਨੂੰ ਛੂ, ਤਾਂ ਉਹ ਤੇਰੇ ਮੂੰਹ ਉੱਤੇ ਤੇਰੀ ਨਿੰਦਿਆ ਕਰੇਗਾ। ਯਹੋਵਾ ਨੇ ਸ਼ੈਤਾਨ ਨੂੰ ਆਖਿਆ, ਵੇਖ ਉਹ ਤੇਰੇ ਹੱਥ ਵਿੱਚ ਹੈ, ਪਰ ਤੂੰ ਉਸ ਦੇ ਪ੍ਰਾਣਾਂ ਨੂੰ ਬਚਾਈ ਰੱਖੀ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ? ਸ਼ੈਤਾਨ ਨੇ ਜਦੋਂ ਖੁੱਲ੍ਹਾ ਚੈਲੰਜ ਕੀਤਾ ਕਿ ਤੂੰ ਅਯੂਬ ਨੂੰ ਸਾਰਾ ਕੁਝ ਦੇ ਹੀ ਬੈਠਾ ਆ, ਇਸੇ ਕਰਕੇ ਅਯੂਬ ਤੈਨੂੰ ਕੀ ਕਹਿੰਦਾ? ਮਹਿਮਾ ਦਿੰਦਾ ਆ। ਕਹਿੰਦਾ ਇਸੇ ਕਰਕੇ ਉਹ ਤੈਨੂੰ ਧੰਨਵਾਦ ਦਿੰਦਾ ਰਹਿੰਦਾ, ਕਿਉਂਕਿ ਤੂੰ ਉਹਨੂੰ ਕੁਛ ਦਿੱਤਾ ਆ। ਜੇ ਤੂੰ ਉਹਨੂੰ ਦਿੱਤਾ ਤਾਂ ਉਹ ਤਾਂ ਧੰਨਵਾਦ ਕਰੇਗਾ ਹੀ ਨਾ। ਕਹਿੰਦਾ ਤੂੰ ਕੀ ਕਰ, ਖੋਲਾ ਉਹਦੇ ਤੋਂ ਸਾਰਾ ਕੁਛ, ਤੇ ਮੈਂ ਕਹਿੰਦਾ ਫਿਰ ਤੈਨੂੰ ਦੱਸਦਾ ਵੀ ਕਿੱਦਾਂ ਉਹ ਤੇਰੀ ਬੁਰਾਈ ਕਰਦਾ। ਤਾਂ ਪਰਮੇਸ਼ਰ ਕਹਿੰਦਾ ਤੇਰਾ ਜੋ ਦਿਲ ਕਰਦਾ ਉਹਦੇ ਨਾਲ ਕਰ ਲਾ, ਪਰ ਤੂੰ ਉਹਦੀ ਜਾਨ ਬਚਾਈ ਰੱਖੀ, ਕਿ ਤੂੰ ਉਹਦੀ ਜਾਨ ਨਹੀਂ ਲੈ ਸਕਦਾ। ਇਹਦਾ ਮਤਲਬ ਜੇ ਸ਼ੈਤਾਨ ਤੇ ਪਰਮੇਸ਼ਰ ਦੇ ਵਿੱਚ ਇਹ ਜੰਗ ਆ ਕਿ ਸ਼ੈਤਾਨ ਕਹਿੰਦਾ ਵੀ ਮੈਨੂੰ ਤਾਂ ਪਰਖਣ ਦੇ ਤੇਰੇ ਧਰਮੀਆਂ ਨੂੰ, ਮੈਂ ਤਾਂ ਵੇਖਾਂ ਵੀ ਕਿੰਨਾ ਕੁ ਪਰਤਿਆਵੇ ਨੂੰ ਸਹਿੰਦੇ ਆ, ਤਾਂ ਪਰਮੇਸ਼ਰ ਉਹਨੂੰ ਪਰਤਿਆਵੇ ਲਈ ਤਾਂ ਹੋ ਸਕਦਾ ਕਹਿ ਦੇਵੇ, ਪਰ ਕਿਸੇ ਹਾਲ 'ਚ ਇਹ ਨਹੀਂ ਕਹੂਗਾ ਵੀ ਮੇਰੇ ਧਰਮੀਆਂ ਨੂੰ ਤੂੰ ਜਾਨੋਂ ਹੀ ਮਾਰ ਦੇ। ਕਿਉਂਕਿ ਪਰਮੇਸ਼ਰ ਕਹਿੰਦਾ ਮਰਨ ਤੋਂ ਬਾਅਦ ਧੰਨਵਾਦ ਨਹੀਂ, ਤੇ ਮਰਨ ਤੋਂ ਬਾਅਦ ਤੌਬਾ ਨਹੀਂ। ਨਾ ਮੁਕਤੀ ਆ, ਨਾ ਮਰਨ ਤੋਂ ਬਾਅਦ ਕੋਈ ਮਿਹਨਤ ਆ, ਨਾ ਮਰਿਆਂ ਦੇ ਲਈ ਅਸੀਂ ਦੁਆ ਕਰ ਸਕਦੇ ਹਾਂ, ਨਾ ਮਰਿਆਂ ਦਾ ਕੋਈ ਨਿਆਂ ਆ। ਜਦੋਂ ਉਹ ਮਰ ਗਿਆ, ਮਤਲਬ ਮਰਿਆਂ ਦਾ ਉੱਦਾਂ ਨਿਆਂ ਹੈਗਾ, ਪਰ ਇਹ ਨਹੀਂ ਕਿ ਜਿਹੜਾ ਮਰ ਗਿਆ ਉਹਦੇ ਕਰਮਾਂ ਨੂੰ ਜਿਹੜੇ ਜਿਉਂਦੇ ਆ ਉਹ ਦੁਆਵਾਂ ਕਰ ਕਰਕੇ ਬਦਲ ਸਕਦੇ, ਕੋਈ ਨਹੀਂ ਬਦਲ ਸਕਦਾ। ਇਸ ਲਈ ਪਰਮੇਸ਼ਰ ਕਹਿੰਦਾ ਕਿ ਤੂੰ ਧਰਮੀ ਨੂੰ ਪਰਖ ਲਿਆ, ਪਰਤਿਆ ਲਾ, ਪਰ ਤੂੰ ਉਹਦੀ ਜਾਨ ਨਹੀਂ ਲੈ ਸਕਦਾ। ਸ਼ੈਤਾਨ ਕਿਸੇ ਇਨਸਾਨ ਦੀ ਜਾਨ ਨਹੀਂ ਲੈ ਸਕਦਾ। ਜਿੱਦਾਂ ਬੇਈਮਾਨ ਸ਼ੈਤਾਨ ਆ ਨਾ, ਜਿੱਦਾਂ ਉਹ ਭੱਜਿਆ ਫਿਰਦਾ ਕਿ ਮੈਂ ਕਿਹਨੂੰ ਖਾਵਾਂ, ਜਿੱਦਾਂ ਅੰਧਕੋਟ ਦੇ ਮਹਾਰਾਜਿਆਂ ਨੂੰ ਲੈ ਕੇ ਉਹ ਵੱਡੀਆਂ ਫੌਜਾਂ ਲੈ ਕੇ ਘਰਾਂ ਨੂੰ ਭ੍ਰਿਸ਼ਟ ਕਰਦਾ ਫਿਰਦਾ, ਜਿੱਦਾਂ ਉਹਨੇ ਲੋਕਾਂ ਨੂੰ ਫੜਿਆ ਹੋਇਆ, ਜਕੜਿਆ ਹੋਇਆ, ਜਿੱਦਾਂ ਉਹਨੇ ਜਿਉਂਦੀ ਜਾਨ ਉਹਨਾਂ ਦੀ ਦੁਖੀ ਕੀਤੀ ਪਈ ਆ ਨਾ, ਸ਼ੈਤਾਨ ਤਾਂ 1 ਸੈਕਿੰਡ ਲਾਵੇ ਧਰਤੀ ਖਾਲੀ ਕਰਨ ਦੇ ਲਈ, ਜੇ ਪ੍ਰਭੂ ਕਹਿ ਦੇਵੇ ਵੀ ਤੂੰ ਮਾਰ ਦੇ ਉਹਨਾਂ ਨੂੰ। ਪਰ ਪਰਮੇਸ਼ਰ ਨੇ ਉਹਨੂੰ ਇਹ ਅਧਿਕਾਰ ਨਹੀਂ ਦਿੱਤਾ। ਪਰਮੇਸ਼ਰ ਨੇ ਹਰ ਇੱਕ ਚੀਜ਼ ਨੂੰ ਆਪਣੇ ਵੱਸ 'ਚ ਰੱਖਿਆ। ਜਨਮ ਦੇਣ ਦਾ ਅਧਿਕਾਰ ਪਰਮੇਸ਼ਰ ਦਾ ਆ, ਮੌਤ ਦੇਣ ਦਾ ਅਧਿਕਾਰ ਪਰਮੇਸ਼ਰ ਦਾ ਆ। ਸਵਰਗ ਦੀਆਂ ਕੁੰਜੀਆਂ ਸਾਡੇ ਕੋਲ, ਅਸੀਂ ਉਹਨੂੰ ਖੋਲ੍ਹ ਸਕਦੇ ਹਾਂ। ਧਰਤੀ ਸਾਡੇ ਲਈ ਖੁੱਲ੍ਹੀ ਪਈ ਆ, ਪਰ ਪਤਾਲ ਦੇ ਦਰਵਾਜ਼ੇ ਦੀ ਕੁੰਜੀ ਦੀ ਕਿਸੇ ਨੂੰ ਖਬਰ ਨਹੀਂ ਆ। ਤੇ ਜਿਹੜਾ ਇੱਕ ਵਾਰੀ ਮਰ ਗਿਆ ਉਹ ਪਤਾਲ ਦੇ ਵਿੱਚ ਆਰਾਮ ਕਰਦਾ ਆ, ਉਹ ਉੱਥੋਂ ਬਾਹਰ ਨਹੀਂ ਆ ਸਕਦਾ। ਇਸ ਕਰਕੇ ਕਿਸੇ ਵੀ ਤਰ੍ਹਾਂ ਦੇ ਇਮੋਸ਼ਨ ਦੇ ਵਿੱਚ ਆ ਕੇ ਅਗਰ ਕੋਈ ਸਾਡੇ ਘਰ ਦੇ ਮਰੇ ਹੋਏ ਨੇ, ਉਹ ਸਾਨੂੰ ਦਿਖਦੇ ਨੇ, ਸਾਨੂੰ ਕਿਸੇ ਤਰੀਕੇ ਨਾਲ ਕੋਈ ਕਹਿ ਦਿੰਦਾ ਵੀ ਮੈਂ ਉਹੀ ਹਾਂ ਤੇ ਮੈਂ ਤੁਹਾਨੂੰ ਲੈਣ ਆਇਆ, ਮੇਰੇ ਨਾਲ ਇਸ ਜਗ੍ਹਾ 'ਤੇ ਚੱਲ, ਮੇਰੇ ਲਈ ਆਹ ਕੰਮ ਕਰ, ਤਾਂ ਅਸੀਂ ਉਹ ਕੰਮ ਨਹੀਂ ਕਰਨੇ ਆ, ਕਿਉਂਕਿ ਇਹਦਾ ਕੰਮ ਸਾਡਾ ਕਰਨਾ ਨੁਕਸਾਨ ਹੋ ਜਾਏਗਾ। ਜੇ ਅਸੀਂ ਉਸ ਦੁਸ਼ਟ ਦੇ ਪਿੱਛੇ ਲਾ ਕੇ ਕੁਛ ਕਰਾਂਗੇ, ਉਹਦੇ ਪਿੱਛੇ ਅਸੀਂ ਆਪਣਾ ਹੀ ਨੁਕਸਾਨ ਕਰ ਲਾਂਗੇ। ਕਿਉਂਕਿ ਸਾਡੇ ਪਿੱਛੇ ਦਾ ਜੋ ਪਰਿਵਾਰ ਆ, ਅਗਰ ਦੁੱਖ ਸਾਨੂੰ ਆ ਨਾ, ਤਾਂ ਉਹਨੂੰ ਵੀ ਓਨਾ ਹੀ ਦੁੱਖ ਆ। ਇੱਕ ਤਾਂ ਦੁੱਖ ਉਹਦੇ ਗਏ ਦਾ ਆ, ਪਰ ਅਗਰ ਅਸੀਂ ਉਹ ਕੁਛ ਉਹਦੇ ਪਿੱਛੇ ਦੁਸ਼ਟ ਦੇ ਲਾ ਕੇ ਗਲਤ ਕਰ ਲਾਂਗੇ, ਤਾਂ ਉਹਨਾਂ ਨੂੰ ਸਾਡਾ ਦੁੱਖ ਹੋਰ ਵੀ ਖਾ ਜਾਏਗਾ। ਇਸ ਕਰਕੇ ਆਪਣੇ ਪਰਿਵਾਰ ਦੇ ਲਈ ਥੋੜ੍ਹਾ ਸਮਝ ਦੇ ਨਾਲ ਸੋਚੋ। ਕਿਸੇ ਦੁਸ਼ਟ ਆਤਮਾ ਦੇ ਪਿੱਛੇ ਨਹੀਂ ਲੱਗਣਾ। ਕੋਈ ਮਰਿਆ ਹੋਇਆ ਸਾਡਾ ਵਾਪਸ ਨਹੀਂ ਆਏਗਾ। ਉਹ ਪ੍ਰਭੂ ਦੇ ਹੱਥਾਂ ਵਿੱਚ ਇੱਕਦਮ ਮਹਿਫੂਜ਼ ਨੇ, ਉਹਨਾਂ ਦੀਆਂ ਆਤਮਾਵਾਂ ਸਿਕਿਉਰ ਆ, ਉਹ ਆਰਾਮ ਕਰ ਰਹੇ ਨੇ ਸ਼ਾਂਤੀ ਦੇ ਵਿੱਚ। ਬਸ ਪਰਮੇਸ਼ਰ ਅੱਗੇ ਦੁਆ ਕਰੋ, ਪਰਮੇਸ਼ਰ ਕਿ ਅਸੀਂ ਸਭ ਦੇ ਸਭ ਸਵਰਗ ਰਾਜ ਦੇ ਵਿੱਚ ਪੂਰਾ ਪਰਿਵਾਰ ਇਕੱਠੇ ਹੋਈਏ ਤੇ ਤੁਹਾਡੇ ਨਾਲ ਬੈਠ ਕੇ ਰਾਜ ਕਰੀਏ। ਹਾਲੇਲੂਇਆ। ਆਓ ਅੱਜ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਾਜ਼ਰੀ ਵਿੱਚ ਪ੍ਰਾਰਥਨਾ ਕਰਾਂਗੇ।
ਹਾਲੇਲੂਇਆ 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 ਧੰਨਵਾਦ 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 ਕਰਦੇ ਖੁਦਾਵੰਦ ਖੁਦਾ ਪਵਿੱਤਰ ਪਰਮੇਸ਼ਰ ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਖੁਦਾਵੰਦ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੋਏ ਪ੍ਰਭੂ ਜੀ ਅੱਜ ਦੀ ਸਵੇਰ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾਵੰਦ ਸੱਚਮੁੱਚ ਰਾਤ ਭਰ ਵਿੱਚ ਤੁਸੀਂ ਸਾਨੂੰ ਸੰਭਾਲਿਆ ਖੁਦਾਵੰਦ ਮਿੱਠੀ ਪਿਆਰੀ ਨੀਂਦ ਦਿੱਤੀ ਖੁਦਾਵੰਦਾ ਆਪਣੇ ਦੂਤਾਂ ਦੇ ਦੁਆਰਾ ਸਾਡੀ ਰੱਖਿਆ ਹਿਫਾਜ਼ਤ ਕੀਤੀ ਸੱਚਾ ਸਹਾਇਕ ਪਵਿੱਤਰ ਆਤਮਾ ਨੇ ਸੱਚਮੁੱਚ ਸਾਨੂੰ ਸੰਭਾਲਿਆ ਪਿਤਾ ਪਰਮੇਸ਼ਰ ਅੱਜ ਦਾ ਦਿਨ ਅੱਜ ਦੇ ਇਹ ਅਨਮੋਲ ਸਾਹ ਸਾਨੂੰ ਦਿੱਤੇ ਪ੍ਰਭੂ ਜੀ ਬਹੁਤ ਸਾਰੇ ਜਨ ਸੀ ਖੁਦਾਵੰਦ ਜੋ ਅੱਜ ਦੀ ਸਵੇਰ ਨੂੰ ਨਾ ਦੇਖ ਸਕੇ ਪਿਤਾ ਪਰਮੇਸ਼ਰ ਪਰ ਤੁਸੀਂ ਸਾਨੂੰ ਜਿਉਂਦਿਆਂ ਦੀ ਧਰਤੀ ਉੱਤੇ ਜਿਉਂਦੇ ਰੱਖਿਆ ਪਿਤਾ ਨਵੇਂ ਸਾਹ ਨਵੇਂ ਮੌਕੇ ਦੇ ਰੂਪ ਦੇ ਵਿੱਚ ਸਾਨੂੰ ਦਿੱਤੇ ਪਿਤਾ ਪਰਮੇਸ਼ਰ ਤਾਂ ਜੋ ਅਸੀਂ ਜਿਉਂਦੀ ਜਾਨ ਨੂੰ ਅਸੀਂ ਕੈਸ਼ ਕਰ ਸਕੀਏ ਪਿਤਾ ਪਰਮੇਸ਼ਰ ਅਸੀਂ ਆਪਣੇ ਗਲਤੀਆਂ ਗੁਨਾਹਾਂ ਪਾਪਾਂ ਅਪਰਾਧਾਂ ਤੋਂ ਮੁੜੀਏ ਪ੍ਰਭੂ ਜੀ ਤੁਹਾਡੇ ਨਾਮ ਦੇ ਵਿੱਚ ਵਧੀਏ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰੀਏ ਸਵਰਗ ਰਾਜ ਦੇ ਲਈ ਤਿਆਰ ਕੀਤੇ ਜਾਈਏ ਖੁਦਾਵੰਦ ਅਤੇ ਸੱਚਮੁੱਚ ਉਸ ਦਰਵਾਜ਼ੇ ਨੂੰ ਅਸੀਂ ਖੋਲ ਸਕੀਏ ਪਿਤਾ ਜਿਸ ਦਰਵਾਜ਼ੇ ਦੀਆਂ ਕੁੰਜੀਆਂ ਤੁਸੀਂ ਸਾਨੂੰ ਦਿੱਤੀਆਂ ਨੇ ਖੁਦਾਵੰਦ ਤੁਸੀਂ ਵਚਨ ਦੇ ਵਿੱਚ ਕਹਿ ਕੇ ਮੈਂ ਸਵਰਗ ਦੇ ਰਾਜ ਦੀਆਂ ਕੁੰਜੀਆਂ ਤੁਹਾਨੂੰ ਦਿੱਤੀਆਂ ਨੇ ਖੁਦਾਵੰਦ ਅਸੀਂ ਉਸ ਸਵਰਗ ਰਾਜ ਦੇ ਵਿੱਚੋਂ ਆਪਣੀ ਆਸ਼ੀਸ਼ਾਂ ਨੂੰ ਖੋਲ ਸਕੀਏ ਆਪਣੇ ਸਦਾ ਦੇ ਜੀਵਨ ਨੂੰ ਖੋਲ ਲਈਏ ਪਿਤਾ ਜੀ ਬੰਨ ਸੁੱਟੀਏ ਉਸ ਸ਼ੈਤਾਨ ਦੀਆਂ ਸ਼ਕਤੀਆਂ ਨੂੰ ਇਸ ਧਰਤੀ ਦੇ ਉੱਤੇ ਕੈਦ ਕਰ ਦਈਏ ਉਸ ਅੰਧਕੋਰ ਦੇ ਮਹਾਰਾਜਿਆਂ ਨੂੰ ਅਸੀਂ ਇੱਕ ਸਿਪਾਹੀ ਦੀ ਤਰ੍ਹਾਂ ਇਸ ਜੰਗ ਦੇ ਵਿੱਚ ਉਤਰੀਏ ਪਿਤਾ ਔਰ ਨਾਸ਼ ਕਰ ਦਈਏ ਉਸ ਸਾਰੀਆਂ ਨਾਸ਼ ਕਰਨ ਵਾਲੀਆਂ ਸ਼ਕਤੀਆਂ ਨੂੰ ਜੋ ਸਾਡੇ ਮਨਾਂ ਦੇ ਵਿੱਚ ਬੁਰੇ ਵਿਚਾਰਾਂ ਨੂੰ ਪਾਉਂਦੀਆਂ ਆ ਜੋ ਦੁਸ਼ਟ ਰੂਪ ਲੈ ਕੇ ਸਾਨੂੰ ਪਰੇਸ਼ਾਨ ਕਰਦੇ ਨੇ ਜੋ ਸਾਡੀਆਂ ਜ਼ਿੰਦਗੀਆਂ 'ਚ ਆਪਣੀ ਮਰਜ਼ੀ ਪੂਰੀ ਕਰਨ ਦੀ ਕੋਸ਼ਿਸ਼ ਕਰਦੀਆਂ ਖੁਦਾਵੰਦ ਅੱਜ ਅਧਿਕਾਰ ਦੇ ਨਾਲ ਅਸੀਂ ਉਹਨਾਂ ਨੂੰ ਕੈਂਸਲ ਕਰਦੇ ਹਾਂ ਨਾਸ਼ ਭਸਮ ਖਤਮ ਕਰਦੇ ਪਿਤਾ ਪਰਮੇਸ਼ਰ ਉਹਨਾਂ ਸਾਰਿਆਂ ਨੂੰ ਜੋ ਸਾਡੇ ਦਿਲਾਂ ਦੇ ਨਾਲ ਖੇਡਦੇ ਨੇ ਸਾਡੇ ਆਪਣਿਆਂ ਦਾ ਰੂਪ ਲੈ ਕੇ ਸਾਨੂੰ ਪਰੇਸ਼ਾਨ ਕਰਦੇ ਨੇ ਸਾਨੂੰ ਬਹਿਕਾਵੇ ਦੇ ਵਿੱਚ ਪਾਉਂਦੇ ਨੇ ਖੁਦਾਵੰਦ ਦਿਲ ਤੋਂ ਧੰਨਵਾਦ ਕਰਦੇ ਹਾਂ ਤੁਹਾਡੇ ਸੱਚੇ ਗਿਆਨ ਅਤੇ ਸੱਚ ਦੀ ਰੋਸ਼ਨੀ ਦੇ ਲਈ ਪਿਤਾ ਪਰਮੇਸ਼ਰ ਜੋ ਤੁਸੀਂ ਆਪਣੇ ਸੱਚ ਦੇ ਵਚਨਾਂ ਦੇ ਦੁਆਰਾ ਸਾਨੂੰ ਦੱਸਦੇ ਹੋ ਪ੍ਰਭੂ ਜੀ ਕਿ ਹਰ ਕੋਈ ਜੋ ਮਰ ਗਿਆ ਆਪੋ ਆਪਣੇ ਵਾਰਿਸ ਸਿਰ ਜਿਉਂਦਿਆਂ ਹੋਵੇਗਾ ਸੱਚਮੁੱਚ ਖੁਦਾਵੰਦ ਮਰਨ ਤੋਂ ਬਾਅਦ ਜੋ ਵੀ ਸਾਡੇ ਭੈਣ ਭਾਈ ਆਰਾਮ ਦੀ ਨੀਂਦ ਵਿੱਚ ਸੌ ਰਹੇ ਨੇ ਪਿਤਾ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਤੁਹਾਡੇ ਹੱਥਾਂ ਦੇ ਵਿੱਚ ਸੇਫ ਤੇ ਸਿਕਿਉਰ ਨੇ ਖੁਦਾਵੰਦ ਤੁਸੀਂ ਉਹਨਾਂ ਨੂੰ ਸੰਭਾਲਿਆ ਹੋਇਆ ਪਿਤਾ ਪਰਮੇਸ਼ਰ ਅਸੀਂ ਕਿਸੇ ਵੀ ਤਰ੍ਹਾਂ ਦੀ ਦੁਸ਼ਟ ਦੀ ਚਾਲ ਦੇ ਵਿੱਚ ਨਾ ਫਸੀਏ ਪਿਤਾ ਕੋਈ ਵੀ ਸ਼ੈਤਾਨੀ ਸ਼ਕਤੀ ਸਾਨੂੰ ਭਰਮਾ ਨਾ ਸਕੇ ਪ੍ਰਭੂ ਜੀ ਤੁਹਾਡਾ ਪਵਿੱਤਰ ਆਤਮਾ ਸਾਡੀ ਮਦਦ ਸਹਾਇਤਾ ਅਗਵਾਈ ਕਰੇ ਸੱਚ ਦੇ ਸਿਪਾਹੀ ਸਾਡੇ ਚਾਰੋਂ ਔਰ ਖੁਦਾਵੰਦਾ ਸੱਚਮੁੱਚ ਪਿਤਾ ਪਰਮੇਸ਼ਰ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਪ੍ਰਭੂ ਯਹੋਵਾ ਭਗਤਾਂ ਨੂੰ ਪਰਤਿਆਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਦਾ ਨਿਆਂ ਕਰਨਾ ਜਾਣਦਾ ਆ ਖੁਦਾਵੰਦ ਜੋ ਵੀ ਕੁਧਰਮੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪਰਤਿਆਵੇ ਨੂੰ ਲੈ ਕੇ ਆਉਂਦੇ ਆ ਉਹਨਾਂ ਸਾਰਿਆਂ ਦਾ ਤੁਸੀਂ ਨਿਆਂ ਕਰੋ ਪ੍ਰਭੂ ਜੀ ਅੱਜ ਸੱਚਮੁੱਚ ਖੁਦਾਵੰਦ ਸਾਡੇ ਲਈ ਨਿਆਂ ਨੂੰ ਪ੍ਰਗਟ ਕਰੋ ਪਿਤਾ ਇਸ ਪਰਤਿਆਵੇ ਦੇ ਵਿੱਚੋਂ ਬਾਹਰ ਨਿਕਲਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕਰੋ ਪ੍ਰਭੂ ਜੀ ਸੱਚਮੁੱਚ ਅਸੀਂ ਤੁਹਾਡੀਆਂ ਭੇਡਾਂ ਤੇ ਤੁਸੀਂ ਸਾਡੇ ਅਯਾਲੀ ਹੋ ਪਿਤਾ ਆਪਣੀਆਂ ਭੇਡਾਂ ਨੂੰ ਸਦਾ ਦੇ ਜੀਵਨ ਦੇ ਨਾਲ ਬਲੈਸ ਕਰੋ ਪਿਤਾ ਪਰਮੇਸ਼ਰ ਕੋਈ ਵਿਰੋਧੀ ਦੀ ਸ਼ਕਤੀ ਸਾਡੇ ਮਨਾਂ ਨੂੰ ਤੁਹਾਡੇ ਕੋਲੋਂ ਦੂਰ ਨਾ ਕਰ ਸਕੇ ਸਾਡੇ ਸਰੀਰਾਂ ਦੇ ਖਿਲਾਫ ਆਪਣੀ ਮਰਜ਼ੀ ਪੂਰੀ ਨਾ ਕਰ ਸਕੇ ਸਾਡੇ ਸੋਚਾਂ ਵਿਚਾਰਾਂ ਦੇ ਵਿੱਚ ਗੜਬੜੀ ਪੈਦਾ ਨਾ ਕਰ ਸਕੇ ਪਿਤਾ ਜੀ ਪਰ ਅਸੀਂ ਤੁਹਾਡੇ ਗਿਆਨ ਬੁੱਧ ਤੇ ਸਮਝ ਦੀ ਆਤਮਾ ਦੇ ਨਾਲ ਦਿਨੋਂ ਦਿਨ ਭਰਦੇ ਜਾਈਏ ਤੁਹਾਡੇ ਨਾਮ ਦੇ ਵਿੱਚ ਵਾਧੇ ਅਤੇ ਤਰੱਕੀ ਕਰਦੇ ਜਾਈਏ ਖੁਦਾਵੰਦ ਸੱਚਮੁੱਚ ਪਿਤਾ ਪਰਮੇਸ਼ਰ ਸਾਡੇ ਰੂਹ ਜਿਸਮ ਜਾਨ ਉਤੇ ਤੁਹਾਡਾ ਕਬਜ਼ਾ ਵਾਸ ਹੋਵੇ ਅਸੀਂ ਜਦ ਵੀ ਬੋਲੀਏ ਤੁਹਾਡੇ ਆਤਮਾ ਦੇ ਦੁਆਰਾ ਬੋਲੀਏ ਸਾਡੇ ਮੂੰਹ ਦੇ ਸ਼ਬਦ ਪਵਿੱਤਰ ਕੀਤੇ ਜਾਣ ਸਾਡਾ ਉੱਠਣਾ ਬੈਠਣਾ ਬੋਲਣਾ ਚੱਲਣਾ ਸ਼ੁੱਧ ਹੋ ਜਾਵੇ ਖੁਦਾਵੰਦ ਆਪਣੇ ਦੂਤਾਂ ਦੇ ਦੁਆਰਾ ਮਦਦ ਸਹਾਇਤਾ ਅਗਵਾਈ ਕਰੋ ਪ੍ਰਭੂ ਜੀ ਸਾਰੀਆਂ ਭਰਮਾਉਣ ਵਾਲੀਆਂ ਸ਼ਕਤੀਆਂ ਤੋਂ ਆਜ਼ਾਦ ਕਰੋ ਖੁਦਾਵੰਦ ਜੋ ਵੀ ਭੈਣ ਭਾਈ ਉਸ ਦੁਸ਼ਟ ਦੀ ਆਤਮਾ ਦੇ ਨਾਲ ਗ੍ਰਸਿਤ ਨੇ ਪਿਤਾ ਜੋ ਉਹਨਾਂ ਦੇ ਆਪਣਿਆਂ ਦਾ ਰੂਪ ਲੈ ਕੇ ਉਹਨਾਂ ਨੂੰ ਬਹਿਕਾਵੇ 'ਚ ਪਾਉਂਦੇ ਨੇ ਅੱਜ ਉਸ ਹਰ ਇੱਕ ਸ਼ੈਤਾਨੀ ਸ਼ਕਤੀ ਤੋਂ ਇਹਨਾਂ ਘਰਾਂ ਪਰਿਵਾਰਾਂ ਨੂੰ ਆਜ਼ਾਦ ਕਰਦੇ ਪਿਤਾ ਪਰਮੇਸ਼ਰ ਸਾਰੀਆਂ ਡਰਾਉਣ ਧਮਕਾਉਣ ਵਾਲੀਆਂ ਭਰਮਾਉਣ ਵਾਲੀਆਂ ਸ਼ਕਤੀਆਂ ਅੱਜ ਹੀ ਇਹਨਾਂ ਘਰਾਂ ਪਰਿਵਾਰਾਂ ਦੇ ਵਿੱਚੋਂ ਕੈਂਸਲ ਆਊਟ ਇਨ ਦਾ ਮਾਈਟੀ ਨੇਮ ਆਫ ਜੀਸਸ ਕ੍ਰਾਈਸਟ ਹਾਲੇਲੂਇਆ ਦਇਆ ਕਰੋ ਮਹਾਨ ਪਿਤਾ ਪਰਮੇਸ਼ਰ ਆਜ਼ਾਦ ਕਰੋ ਪ੍ਰਭੂ ਜੀ ਤੁਸੀਂ ਫ੍ਰੀ ਕਰਨ ਵਾਲੇ ਹੋ ਪਰਮੇਸ਼ਰ ਪਿਤਾ ਤੁਸੀਂ ਦੁਸ਼ਟਾਂ ਨੂੰ ਸਾਡੇ ਪੈਰਾਂ ਹੇਠਾਂ ਕੀਤਾ ਪਿਤਾ ਉਸ ਹਰੇਕ ਗੰਦੀ ਦੁਸ਼ਟ ਦੀ ਚਾਲ ਨੂੰ ਯਿਸੂ ਨਾਮ ਦੇ ਵਿੱਚ ਕੁਚਲ ਦਿੰਦੇ ਆ ਪਿਤਾ ਨਾਸ਼ ਕਰਦੇ ਪ੍ਰਭੂ ਜੀ ਉਸ ਸ਼ੈਤਾਨੀ ਸ਼ਕਤੀਆਂ ਨੂੰ ਅੱਜ ਹੀ ਕੈਂਸਲ ਕਰ ਦੇ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਸੱਚਾ ਸਹਾਇਕ ਪਵਿੱਤਰ ਆਤਮਾ ਤੇ ਸੱਚੀ ਰੋਸ਼ਨੀ ਨੂੰ ਮੰਗਦੇ ਆ ਪਿਤਾ ਸਾਰੇ ਦੁਸ਼ਟ ਦੇ ਪ੍ਰਭਾਵ ਤੋਂ ਆਜ਼ਾਦ ਕਰਦੇ ਆ ਪ੍ਰਭੂ ਜੀ ਤੁਹਾਡੀ ਸੱਚੀ ਰੋਸ਼ਨੀ ਅਤੇ ਤੇਜ ਨੂੰ ਪ੍ਰਗਟ ਕਰਦੇ ਹੋ ਖੁਦਾਵੰਦ ਇਹਨਾਂ ਸਾਰੇ ਭੈਣਾਂ ਭਾਈਆਂ ਨੂੰ ਜ਼ਿੰਦਾ ਲਹੂ ਦੇ ਵਿੱਚ ਕਵਰ ਕਰਦੇ ਹੋ ਖੁਦਾਵੰਦ ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ ਆਮੀਨ ਆਮੀਨ ਆਮੀਨ।